ਸਤਿ ਸ੍ਰੀ ਅਕਾਲ। LDD TV ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਪ੍ਰੋਫੈਸਰ ਜਸਵੀਰ ਸਿੰਘ ਤੇ ਆਪਾਂ ਵਿਦਿਆਰਥੀਓ ਕਰ ਰਹੇ ਹਾਂ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਵੱਖ-ਵੱਖ ਜੋ ਕਿੱਤਾ ਮੁਖੀ ਮਤਲਬ ਜੌਬ ਓਰੀਐਂਟਡ ਪੇਪਰ ਜਿਹੜੇ ਹੁੰਦੇ ਆ ਉਹਨਾਂ ਦੀ ਤਿਆਰੀ ਫ੍ਰੀ ਆਫ ਕਾਸਟ। ਤੁਸੀਂ ਬਿਨਾਂ ਕਿਸੇ ਫੀਸ ਦਿੱਤਿਆਂ, ਕਿਸੇ ਨੂੰ ਵੀ ਕੋਈ ਵੀ ਫੀਸ ਤੁਸੀਂ 1 ਰੁਪਿਆ ਵੀ ਨਹੀਂ ਦੇਣੀ ਤੇ ਆਪਣੀ ਇਹ ਜੋ ਪੜ੍ਹਾਈ ਆ ਬਿਲਕੁਲ ਮੁਫਤ ਆ। ਵੱਡੀ ਗੱਲ ਕਿ ਇਹ ਸਾਰੀ ਦੀ ਸਾਰੀ ਪੜ੍ਹਾਈ ਬੇਸ਼ੱਕ ਤੁਸੀਂ MA ਕਰਦੇ ਹੋ ਜਾਂ ਤੁਸੀਂ PhD ਕਰਨ ਬਾਰੇ ਸੋਚ ਰਹੇ ਹੋ ਜਾਂ ਫਿਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਜੌਬ ਓਰੀਐਂਟਡ ਪੇਪਰ ਜਿਹੜਾ ਉਹ ਦੇਣਾ ਚਾਹੁੰਦੇ ਹੋ ਤਾਂ ਇਹ ਸਾਰੀ ਦੀ ਸਾਰੀ ਪੜ੍ਹਾਈ ਤੁਹਾਡੇ ਵਾਸਤੇ ਲਾਹੇਵੰਦ ਆ। ਤੁਸੀਂ ਪੰਜਾਬੀ ਸਾਹਿਤ, ਪੰਜਾਬੀ ਸੱਭਿਆਚਾਰ, ਭਾਸ਼ਾ, ਲੋਕਧਾਰਾ ਜਾਂ ਪੰਜਾਬੀ ਸਾਹਿਤ ਦਾ ਆਦਿ ਕਾਲ, ਮੱਧ ਕਾਲ, ਆਧੁਨਿਕ ਕਾਲ ਹਰ ਖੇਤਰ ਵਿੱਚ ਇਹ ਲੈਕਚਰ ਜਿਹੜੇ ਨੇ ਤੁਹਾਡੇ ਬੜੇ ਲਾਹੇਵੰਦ ਹੋਣਗੇ, ਤੁਹਾਨੂੰ ਫਾਇਦਾ ਹੋਊਗਾ। ਫ੍ਰੀ ਆਫ ਕਾਸਟ ਨੇ ਤੇ ਆਪਾਂ ਹੁਣ ਤੱਕ ਪੰਜਾਬੀ ਸਾਹਿਤ ਦੇ ਆਦਿ ਕਾਲ ਤੋਂ ਲੈ ਕੇ ਨਾਥ ਜੋਗੀਆਂ ਦਾ ਸਾਹਿਤ, ਜੋ ਜੈਨੀ ਕਵੀ ਹੋਏ ਨੇ ਉਹਨਾਂ ਦਾ ਯੋਗਦਾਨ, ਤੇ ਆਪਾਂ ਹੁਣ ਭਗਤੀ ਮੱਤ ਬਾਰੇ ਵੀ ਜਾਣ ਲਿਆ ਆ ਤੇ ਭਗਤੀ ਮੱਤ ਦੇ ਪ੍ਰਮੁੱਖ ਜਿਹੜੇ ਕਵੀ ਨੇ ਉਹਨਾਂ ਦੀ ਗੱਲ ਆਪਾਂ ਕਰ ਰਹੇ ਹਾਂ। ਤੇ ਅੱਜ ਦੇ ਲੈਕਚਰ ਦੇ ਵਿੱਚ ਭਗਤ ਰਵਿਦਾਸ ਜੀ ਦੀ ਜੀਵਨ ਤੇ ਰਚਨਾ ਬਾਰੇ ਆਪਾਂ ਗੱਲ ਕਰਨੀ ਹੈ। ਤੇ ਪਿਆਰੇ ਵਿਦਿਆਰਥੀਓ, ਆਪਾਂ ਕਿਉਂਕਿ ਮੇਰਾ ਪਹਿਲਾ ਨੁਕਤਾ ਇਹੀ ਹੁੰਦਾ ਆ ਕਿ ਆਪਾਂ ਹਵਾਲਿਆਂ ਸਹਿਤ ਗੱਲ ਕਰਾਂਗੇ। ਲੈਕਚਰ ਥੋੜਾ ਜਿਹਾ ਲੰਮਾ ਹੋ ਸਕਦਾ ਪਰ ਕਿਤੇੋਂ ਵੀ ਤੁਸੀਂ ਸੁਣ ਤੋਂ ਰਹਿ ਨਾ ਜਾਇਓ, ਕਿਉਂਕਿ ਸਾਰੇ ਦਾ ਸਾਰਾ ਲੈਕਚਰ ਜਿਹੜਾ ਆ ਉਹ ਤੁਹਾਡੇ ਕੰਮ ਆਉਣ ਵਾਲਾ ਆ। ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ। ਪਹਿਲਾ ਨੁਕਤਾ ਕਿ ਭਗਤ ਰਵਿਦਾਸ ਜੀ ਦਾ ਜਨਮ 1376 ਈਸਵੀ ਨੂੰ ਹੋਇਆ ਸੀ। ਜੇ ਆਪਾਂ ਸੰਮਤ ਦੀ ਗੱਲ ਕਰੀਏ 57 ਸਾਲ ਬਾਅਦ 1433 ਸੰਮਤ ਨੂੰ ਜਨਮ ਭਗਤ ਰਵਿਦਾਸ ਜੀ ਦਾ ਹੋਇਆ ਸੀ, ਕਿਉਂਕਿ ਈਸਵੀ ਤੇ ਸੰਮਤ ਦੇ ਵਿੱਚ 57 ਈਅਰ ਦਾ ਫਰਕ ਹੁੰਦਾ। ਇਹ ਤੁਸੀਂ ਜਾਣਦੇ ਹੋ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਜਨਮ ਸਥਾਨ ਦੀ ਗੱਲ ਕਰੀਏ ਤਾਂ ਵੱਖ-ਵੱਖ ਵਿਦਵਾਨਾਂ ਨੇ ਜੋ ਦੱਸੇ ਨੇ ਉਹਨਾਂ ਤੇ ਨੋਟ ਕਰੋ। ਕਾਸ਼ੀ ਦੇ ਨੇੜੇ ਮੰਡੂਆ ਡੀ ਨਾਮਕ ਪਿੰਡ ਵਿੱਚ ਭਗਤ ਰਵਿਦਾਸ ਜੀ ਦਾ ਜਨਮ ਹੋਇਆ, ਇਹ ਮੰਨਿਆ ਜਾਂਦਾ ਆ। ਤੇ ਕਿਤੇ ਕਿਤੇ ਇਹ ਵੀ ਹਵਾਲਾ ਮਿਲਦਾ ਆ ਕਿ ਸੀਰ ਗੋਵਰਧਨਪੁਰ ਵਿਖੇ ਭਗਤ ਰਵਿਦਾਸ ਦਾ ਜਨਮ ਹੋਇਆ, ਪਰ ਬਹੁਤੇ ਥਾਂ ਤੇ ਬਹੁਤਾ ਜਿਹੜਾ ਰੈਲੇਵੈਂਟ ਮੰਨਿਆ ਜਾਂਦਾ ਆ ਉਹ ਮੰਡੂਆ ਡੀ ਗ੍ਰਾਮ ਨਾਮਕ ਪਿੰਡ ਦੇ ਵਿੱਚ ਹੋਇਆ। ਠੀਕ ਹੈ ਜੀ। ਤੇ ਜੇ ਆਪਾਂ ਉਹਨਾਂ ਦੇ ਪਿਤਾ ਜੀ ਦੀ ਗੱਲ ਕਰੀਏ, ਭਗਤ ਰਵਿਦਾਸ ਜੀ ਦੇ ਫਾਦਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਖ-ਵੱਖ ਨਾਵਾਂ ਦਾ ਜ਼ਿਕਰ ਆਉਂਦਾ, ਜਿਵੇਂ ਰਾਹੂ ਜਾਂ ਰਘੂ ਜਾਂ ਫਿਰ ਰਾਘਵ ਜਾਂ ਰਘੂਨਾਥ ਜਾਂ ਰਘੂਮਲ, ਜਾਂ ਫਿਰ ਇੱਕ ਹੋਰ ਵਿਦਵਾਨ ਨੇ ਸੰਤੋਖ ਦਾਸ ਵੀ ਇਹ ਉਹਨਾਂ ਦੇ ਫਾਦਰ ਦੇ ਨਾਮ ਦਾ ਜ਼ਿਕਰ ਕੀਤਾ ਆ। ਠੀਕ ਹੈ ਜੀ। ਜੇ ਮਾਤਾ ਦੀ ਗੱਲ ਕਰੀਏ ਤਾਂ ਉਹਨਾਂ ਦੇ ਮਾਤਾ ਦਾ ਨਾਮ ਸੀ ਕਰਮਾ ਦੇਵੀ। ਇਹ ਬਹੁਤਾ ਰੈਲੇਵੈਂਟ ਮੰਨਿਆ ਜਾਂਦਾ। ਕਿਤੇ ਕਿਤੇ ਦਲਸਾਂ ਬਾਰੇ ਵੀ ਜ਼ਿਕਰ ਮਿਲਦਾ ਆ। ਤੇ ਇਸ ਸਾਰੇ ਜੋ ਆਪਾਂ ਇਹਨਾਂ ਦੇ ਮਾਤਾ ਪਿਤਾ ਦੇ ਬਾਰੇ ਗੱਲ ਕੀਤੀ ਆ, ਇਹਦਾ ਆਧਾਰ, ਇਹਦੀ ਪੁਸ਼ਟੀ ਕਰਦਾ ਆ ਜੀ ਭਵਿਸ਼ ਪੁਰਾਣ ਗ੍ਰੰਥ। ਇਹਦਾ ਹਵਾਲਾ ਆ, ਤੁਸੀਂ ਹਵਾਲਾ ਨੋਟ ਕਰ ਲਿਓ। ਭਵਿਸ਼ ਪੁਰਾਣ ਗ੍ਰੰਥ ਦੇ ਵਿੱਚ ਇਹ ਸਾਨੂੰ ਮਿਲਦਾ ਆ। ਕਿੱਤਾ ਜਾਂ ਇਹਨਾਂ ਦਾ ਕੰਮ ਕੀ ਸੀ, ਪੇਸ਼ਾ ਕੀ ਸੀ? ਇਹ ਚਮੜੇ ਦਾ ਵਪਾਰ ਕਰਦੇ ਸੀਗੇ। ਜੁੱਤੀਆਂ ਗੰਢਣ ਦਾ ਕੰਮ ਭਗਤ ਰਵਿਦਾਸ ਜੀ ਕਰਿਆ ਕਰਦੇ ਸੀ। ਇਹ ਤੁਸੀਂ ਸਾਰੇ ਲਗਭਗ ਜਾਣਦੇ ਹੋਵੋਗੇ। ਸੰਤ ਕਰਮਦਾਸ ਜੀ ਦਾ ਸ਼ਲੋਕ ਆ ਇੱਕ ਬੜਾ ਅਹਿਮ ਆ, ਨੋਟ ਕਰ ਲਿਓ ਕਿ ਸੰਮਤ 1433 ਮਾਘ ਸੁਦੀ 15 ਦੁਖੀਓ ਕੇ ਕਲਿਆਣ ਹਿਤ ਪ੍ਰਗਟੇ ਸ਼੍ਰੀ ਰਵਿਦਾਸ। ਇਹ ਜੋ ਸ਼ਲੋਕ ਆ ਇਹ ਸੰਤ ਕਰਮਦਾਸ ਦਾ ਲਿਖਿਆ ਹੋਇਆ ਆ ਭਗਤ ਰਵਿਦਾਸ ਜੀ ਬਾਰੇ। ਠੀਕ ਹੈ ਜੀ। ਤੇ ਮੰਨਿਆ ਜਾਂਦਾ ਹੈ ਕਿ ਮਾਘ ਸੁਦੀ ਨੂੰ ਸੰਮਤ 1433 ਆ। ਜੇ ਈਸਵੀ ਦੀ ਗੱਲ ਹੋਵੇ ਤਾਂ 1376 ਈਸਵੀ ਨੂੰ ਰਵਵਾਰ ਜਾਂ ਐਤਵਾਰ, ਕਿਉਂਕਿ ਰਵ ਮਤਲਬ ਵੀ ਐਤਵਾਰ ਨੂੰ ਮੰਨਿਆ ਜਾਂਦਾ, ਤੇ ਹੋਣ ਕਰਕੇ ਬਾਲਕ ਦਾ ਨਾਮ ਵੀ ਰਵਿਦਾਸ ਰੱਖਿਆ ਗਿਆ ਸੀ। ਇਹ ਧਾਰਨਾ ਬਣੀ ਹੋਈ ਆ ਵੱਖ-ਵੱਖ ਸਾਖੀਆਂ ਦੇ ਵਿੱਚ। ਠੀਕ ਹੈ ਜੀ। ਤੇ ਭਗਤ ਰਵਿਦਾਸ ਜੀ ਦੇ ਗੁਰੂ ਦਾ ਕੀ ਨਾਮ ਸੀ? ਇਹ ਪ੍ਰਸ਼ਨ ਪੁੱਛਿਆ ਜਾ ਸਕਦਾ, ਤਾਂ ਨੋਟ ਕਰੋ ਭਗਤ ਰਾਮਾਨੰਦ ਜੀ ਭਗਤ ਰਵਿਦਾਸ ਜੀ ਦੇ ਗੁਰੂ ਦਾ ਨਾਮ ਸੀਗਾ। ਭਗਤ ਰਵਿਦਾਸ ਜੀ ਦੇ ਸ਼ਾਗਿਰਦ ਜਾਂ ਚੇਲੇ
ਉਹਨਾਂ ਦੇ ਬਾਰੇ ਵੀ ਜ਼ਿਕਰ ਬਹੁਤ ਮਿਲਦਾ ਆ, ਬਹੁਤ ਵਾਰ ਪ੍ਰਸ਼ਨ ਪੁੱਛੇ ਜਾਂਦੇ ਆ। ਤਾਂ ਭਗਤ ਰਵਿਦਾਸ ਜੀ ਦੇ ਚੇਲਿਆਂ ਦੇ ਵਿੱਚ ਰਾਣੀ ਝਾਲੀ, ਜਿਨ੍ਹਾਂ ਦਾ ਨਾਮ ਰਤਨ ਕੌਰ ਸੀਗਾ, ਉਹ ਇਹਨਾਂ ਦੇ ਸ਼ਾਗਿਰਦ ਸੀਗੇ। ਰਾਣੀ ਝਾਲੀ ਜਿਨ੍ਹਾਂ ਨੂੰ ਰਤਨ ਕੌਰ ਵੀ ਮੰਨਿਆ ਜਾਂਦਾ, ਤੇ ਮਹਾਰਾਣਾ ਸਾਂਗਾ ਵੀ ਭਗਤ ਰਵਿਦਾਸ ਦੇ ਸ਼ਾਗਿਰਦ ਸੀਗੇ, ਚੇਲੇ ਸੀਗੇ। ਮੀਰਾਬਾਈ ਜਿਹੜੇ ਨੇ, ਮੀਰਾਬਾਈ ਦੀ ਤਾਂ ਬਹੁਤ ਚਰਚਾ ਆ। ਉਹਨਾਂ ਨੇ ਤਾਂ ਭਗਤ ਰਵਿਦਾਸ ਜੀ ਬਾਰੇ ਬਹੁਤ ਕੁਝ ਲਿਖਿਆ ਵੀ, ਸ਼ਲੋਕਾਂ ਦੇ ਵਿੱਚ, ਉਹਨਾਂ ਦੀ ਰਸਮਾਂ ਦੇ ਵਿੱਚ ਉਹਨਾਂ ਦੇ ਗੁਰੂ ਰਵਿਦਾਸ ਜੀ ਬਾਰੇ ਬਹੁਤ ਕੁਝ ਮਿਲਦਾ ਆ। ਮੀਰਾਬਾਈ ਉਹਨਾਂ ਦੀ ਪ੍ਰਸਿੱਧ ਭਗਤ ਸੀਗੀ, ਜਾਂ ਭਗਤ ਨਹੀਂ ਕਹਿ ਸਕਦੇ ਹਾਂ। ਤੇ ਇਹ ਮੀਰਾਬਾਈ ਜਿਹੜੇ ਨੇ, ਇਹਨਾਂ ਦੇ ਪਤੀ ਦਾ ਨਾਮ ਸੀਗਾ ਰਾਜਾ ਭੋਜ। ਤੇ ਜੇ ਆਪਾਂ ਮੀਰਾਬਾਈ ਦੀ ਸੱਸ ਦੀ ਗੱਲ ਕਰੀਏ ਤਾਂ ਰਾਣੀ ਝਾਲੀ ਜਿਹੜੀ ਆ, ਰਤਨ ਕੌਰ ਆ, ਉਹ ਮੀਰਾਬਾਈ ਦੀ ਸੱਸ ਸੀਗੀ। ਠੀਕ ਹੈ ਜੀ, ਇਹ ਨੋਟ ਕਰ ਲਿਓ ਤੁਸੀਂ। ਤੇ ਇਸ ਤਰ੍ਹਾਂ ਇਹ ਖਾਨਦਾਨ ਸਾਰਾ ਹੀ ਭਗਤ ਰਵਿਦਾਸ ਦਾ ਸ਼ਾਗਿਰਦ ਸੀ, ਚੇਲਾ ਸੀ। ਬੰਗਵਗੜ੍ਹ ਨਰੇਸ਼ ਵੀਰ ਸਿੰਘ ਵੀ ਭਗਤ ਰਵਿਦਾਸ ਜੀ ਦਾ ਚੇਲਾ ਸੀਗਾ। ਠੀਕ ਹੈ ਜੀ। ਅਨੰਤ ਦਾਸ ਨੇ ਗੁਰੂ ਰਵਿਦਾਸ ਜਾਂ ਭਗਤ ਰਵਿਦਾਸ ਨੂੰ ਗੁਰੂ, ਰਾਜਗੁਰੂ, ਸਤਿਗੁਰੂ, ਗੁਰੂਦੇਵ, ਵਿਦੇ ਆਦਿ ਵੀ ਕਿਹਾ ਆ। ਕਿਹਨੇ ਕਿਹਾ ਆ ਜੀ? ਅਨੰਤ ਦਾਸ ਨੇ। ਠੀਕ ਹੈ ਜੀ। ਅਨੰਤ ਦਾਸ ਜੀ ਨੇ ਭਗਤ ਰਵਿਦਾਸ ਜੀ ਬਾਰੇ ਇਹ ਜਿਹੜੇ ਵੱਖ-ਵੱਖ ਸ਼ਬਦ ਨੇ ਉਹ ਵਰਤੇ ਨੇ। ਤੇ ਇਸ ਤੋਂ ਅੱਗੇ ਆਪਾਂ ਤੁਰਦੇ ਹਾਂ ਕਿ ਭਗਤ ਰਵਿਦਾਸ ਜੀ ਚਿਤੌੜ ਦੇ ਰਾਜਗੁਰੂ ਵੀ ਸਨ। ਵੈਰੀ 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 ਇੰਪੋਰਟੈਂਟ। ਚਿਤੌੜ ਦੇ ਰਾਜਗੁਰੂ ਸਨ, ਇਹ ਮੰਨਿਆ ਜਾਂਦਾ ਆ ਭਗਤ ਰਵਿਦਾਸ ਜੀ। ਤੇ ਅਨੰਤ ਦਾਸ ਜੀ ਨੇ 3 ਮੁੱਠ ਭੇੜਾਂ ਦਾ ਜ਼ਿਕਰ ਕੀਤਾ ਆ, ਜਿਹੜੀਆਂ ਵੱਖ-ਵੱਖ ਲੋਕਾਂ ਦੇ ਨਾਲ ਭਗਤ ਰਵਿਦਾਸ ਜੀ ਦੀਆਂ ਸ਼ਬਦੀ ਜਾਂ ਵਿਚਾਰਾਂ ਜਾਂ ਚਰਚਾਵਾਂ ਹੋਈਆਂ ਆ, ਜਾਂ ਬਹਿਸ ਹੋਈ ਆ। ਉਹਦੇ ਵਿੱਚ ਇੱਕ ਠਾਕੁਰ ਪੂਜਾ ਵੇਲੇ ਇਹਨਾਂ ਦੀ ਬਹਿਸ ਹੋਈ ਸੀਗੀ। ਦੂਜੀ ਝਾਲੀ ਦੇ ਸ਼ਿਸ਼ ਬਣਨ ਵੇਲੇ ਵੀ ਬਹਿਸ ਬਹੁਤ ਹੋਈ ਸੀ, ਕਿਉਂਕਿ ਉਹ ਰਾਣੀ ਸੀਗੀ ਤੇ ਗੁਰੂ ਰਵਿਦਾਸ ਜੀ ਮੰਨਿਆ ਜਾਂਦਾ ਕਿ ਛੋਟੀ ਜ਼ਾਤ ਨਾਲ ਸੰਬੰਧ ਰੱਖਦੇ ਸੀ, ਇਸ ਕਰਕੇ ਲੋਕਾਂ ਨੇ ਬਹਿਸ ਕੀਤੀ ਸੀ, ਉਹਨਾਂ ਦੇ ਨਾਲ ਲੜਨ ਤੱਕ ਤੁਰੇ ਸੀਗੇ। ਤੇ ਤੀਜੀ ਚਿਤੌੜ ਵਿਖੇ ਬ੍ਰਹਮ ਭੋਜ ਦੇ ਮੌਕੇ ਤੇ ਵੀ ਇਹ ਜਿਹੜੀ ਜੰਗ ਆ, ਇਹ ਜਿਹੜੀ ਬਹਿਸ ਆ, ਉਹ ਹੋਈ ਸੀ। ਤੇ ਵੱਡੀ ਗੱਲ ਆ ਕਿ ਭਗਤ ਰਵਿਦਾਸ ਜੀ ਇਹਨਾਂ ਸਾਰਿਆਂ ਦੇ ਵਿੱਚ ਉਹਨਾਂ ਵਿਰੋਧੀਆਂ ਨੂੰ ਮਾਤ ਪਾ ਕੇ ਜੇਤੂ ਰਹੇ ਸੀਗੇ, ਫਤਿਹ ਹਾਸਲ ਕੀਤੀ ਸੀ। ਇਹਨਾਂ ਦਾ ਕੋਈ ਤੋੜ ਨਹੀਂ ਲੱਭਿਆ ਸੀ। ਠੀਕ ਹੈ ਜੀ, ਕਲੀਅਰ ਹੈ। ਚਲੋ ਅੱਗੇ ਤੁਰਦੇ ਹਾਂ। ਨਿਰਵਾਣ ਦਿਵਸ ਜਾਂ ਮੂਲ ਨੂੰ ਪ੍ਰਾਪਤ ਹੋਏ, ਜਾਂ ਇਹ ਕਹਿ ਸਕਦੇ ਹਾਂ ਕਿ ਆਪਣੇ ਇਸ ਸੰਸਾਰ ਨੂੰ ਛੱਡ ਕੇ ਅਲਵਿਦਾ ਕਹਿ ਗਏ, ਜਾਂ ਫਾਨੀ ਸੰਸਾਰ ਛੱਡ ਦਿੱਤਾ, ਜਾਂ ਉਹਨਾਂ ਦਾ ਦੇਹਾਂਤ ਜਿਹੜਾ ਆ ਉਹ 1527 ਈਸਵੀ ਨੂੰ ਹੋਇਆ ਮੰਨਿਆ ਜਾਂਦਾ। ਜੇ ਆਪਾਂ ਸੰਮਤ ਦੀ ਗੱਲ ਕਰੀਏ ਤਾਂ 1584 ਸੰਮਤ ਨੂੰ ਭਗਤ ਰਵਿਦਾਸ ਜੀ ਇਸ ਸੰਸਾਰ ਨੂੰ ਛੱਡ ਗਏ, ਆਪਣੇ ਮੂਲ ਵਿੱਚ ਮਿਲ ਗਏ, ਪਰਮਾਤਮਾ ਦੇ ਵਿੱਚ ਅਭੇਦ ਹੋ ਗਏ, ਇਹ ਕਿਹਾ ਜਾਂਦਾ। ਤੇ ਨਿਰਵਾਣ ਦਾ ਸਥਾਨ ਕੀ ਆ, ਉਹਨਾਂ ਦਾ ਦੇਹਾਂਤ ਕਿੱਥੇ ਹੋਇਆ? ਇਹ ਮੰਨਿਆ ਜਾਂਦਾ ਜੀ ਚਿਤੌੜ ਵਿਖੇ। ਤੇ ਭਗਤ ਰਵਿਦਾਸ ਜੀ ਦੀ ਉਮਰ 151 ਸਾਲ ਸੀ। ਉਹ ਅਤ ਬਿਰਧ ਸਰੀਰ ਵਾਲੇ ਭਗਤ ਕਵੀ ਹੋਏ ਨੇ। ਠੀਕ ਹੈ ਜੀ। ਤੇ ਇਹ ਬਹੁਤ ਵੱਡੀ ਗੱਲ ਵਾ ਸਾਡੇ ਵਾਸਤੇ। ਭਗਤ ਰਵਿਦਾਸ ਜੀ ਦੇ ਸਮਕਾਲੀਆਂ ਦੀ ਗੱਲ ਕਰੀਏ ਤਾਂ ਕਵੀ ਅਨੰਤ ਦਾਸ ਉਹਨਾਂ ਦੇ ਸਮਕਾਲੀ ਮੰਨੇ ਜਾਂਦੇ ਆ। ਭਗਤ ਕਬੀਰ ਜੀ ਉਹਨਾਂ ਦੇ ਸਮਕਾਲੀ ਮੰਨੇ ਜਾਂਦੇ ਆ, ਹੋਏ ਆ। ਠੀਕ ਹੈ ਜੀ। ਭਗਤ ਕਬੀਰ ਜੀ ਨੇ ਕਿਹਾ ਸੀ ਆਪਣੀ ਬਾਣੀ ਵਿੱਚ ਕਿ ਸੰਤਨ ਮੇ ਰਵਿਦਾਸ ਸੰਤ ਹੈ। ਠੀਕ ਹੈ ਜੀ। ਤੇ ਭਗਤ ਕਬੀਰ ਤੇ ਭਗਤ ਰਵਿਦਾਸ ਜੀ ਗੁਰੂ ਭਾਈ ਹੋਏ ਆ, ਮਤਲਬ ਇਹਨਾਂ ਦੋਹਾਂ ਦਾ ਗੁਰੂ ਇੱਕੋ ਹੀ ਸੀ, ਭਗਤ ਰਾਮਾਨੰਦ ਜੀ। ਇਸ ਕਰਕੇ ਇਹ ਗੁਰੂ ਭਾਈ ਮੰਨੇ ਜਾਂਦੇ ਆ, ਹੋਏ ਆ। ਜੇਕਰ ਆਪਾਂ ਭਗਤ ਰਵਿਦਾਸ ਜੀ ਦੀ ਬਾਣੀ ਦੀ ਗੱਲ ਕਰੀਏ, ਬਹੁਤ ਅਹਿਮ ਟੌਪਿਕ ਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਕੋ ਇੱਕ ਮੱਧਕਾਲ ਦਾ ਪ੍ਰਮਾਣਿਕ ਗ੍ਰੰਥ ਆ। ਤੇ ਇਸ ਗ੍ਰੰਥ ਦੇ ਵਿੱਚ ਜਿਨ੍ਹਾਂ ਦੀ ਵੀ ਬਾਣੀ ਦਰਜ ਆ ਉਹ ਪ੍ਰਮਾਣਿਕ ਕਵੀ ਨੇ। ਠੀਕ ਹੈ ਜੀ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਜੀ ਦੇ 40 ਸ਼ਬਦ ਦਰਜ ਆ। ਵੈਰੀ 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 ਇੰਪੋਰਟੈਂਟ। 40 ਸ਼ਬਦ ਦਰਜ ਆ ਤੇ ਇੱਕ ਉਹਨਾਂ ਦਾ ਸ਼ਲੋਕ ਦਰਜ ਆ। ਮੈਨੂੰ ਲੱਗਦਾ ਕਿ ਬਿਲਕੁਲ ਨਵੀਂ ਜਾਣਕਾਰੀ ਆ। 40 ਸ਼ਬਦ ਦਰਜ ਆ ਭਗਤ ਰਵਿਦਾਸ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ। ਇੱਕ ਉਹਨਾਂ ਦਾ ਸ਼ਲੋਕ ਦਰਜ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਅੰਗ ਨੋਟ ਕਰ ਲਓ, ਸ਼ਲੋਕ ਕਿੰਨੇ ਅੰਗ ਨੰਬਰ ਤੇ ਆ? 1377 ਅੰਗ ਤੇ ਭਗਤ ਰਵਿਦਾਸ ਜੀ ਦਾ ਸ਼ਲੋਕ ਦਰਜ ਆ ਗੁਰੂ ਗ੍ਰੰਥ ਸਾਹਿਬ ਵਿੱਚ। ਇੱਕ ਸ਼ਲੋਕ 1377 ਅੰਗ ਦੇ ਉੱਤੇ। ਤੇ ਭਗਤ ਰਵਿਦਾਸ ਜੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ 16 ਰਾਗਾਂ ਦੇ ਵਿੱਚ ਬਾਣੀ ਦਰਜ ਆ ਜੀ। ਠੀਕ ਹੈ ਜੀ। ਤੇ ਆਓ ਆਪਾਂ ਇਹ ਜਾਣਦੇ ਹਾਂ ਕਿ ਕਿਹੜੇ ਰਾਗ ਵਿੱਚ ਕਿੰਨੇ ਸ਼ਬਦ ਉਹਨਾਂ ਦੇ ਮਿਲਦੇ ਆ। ਸ੍ਰੀ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਦੇ ਇੱਕ ਸ਼ਬਦ ਮਿਲਦਾ ਆ। ਆਪਾਂ
ਜਦੋਂ ਗੁਰੂ ਗ੍ਰੰਥ ਸਾਹਿਬ ਦੇ ਜਾਂ ਆਦਿ ਗ੍ਰੰਥ ਸਾਹਿਬ ਦੀ ਪੋਥੀ ਵੇਖਦੇ ਆ ਜਾਂ ਅਧਿਐਨ ਕਰਦੇ ਆ ਤਾਂ ਅੰਗ ਨੰਬਰ 93 ਦੇ ਉੱਤੇ ਉਹਨਾਂ ਦਾ ਇਹ ਇੱਕ ਸ਼ਬਦ ਸ੍ਰੀ ਰਾਗ ਵਿੱਚ ਹੈ। ਇਸੇ ਤਰ੍ਹਾਂ ਹੀ ਰਾਗ ਗੌੜੀ ਵਿੱਚ 5 ਸ਼ਬਦ ਆ ਅੰਗ 345 346 ਦੇ ਉੱਤੇ, ਠੀਕ ਹੈ ਜੀ। ਤੇ ਰਾਗ ਆਸਾ 'ਚ 6 ਸ਼ਬਦ ਨੇ ਅੰਗ 486 487 ਦੇ ਉੱਤੇ, ਠੀਕ ਹੈ ਜੀ। ਤੇ ਰਾਗ ਗੁਜਰੀ ਦੇ ਵਿੱਚ ਇੱਕ ਸ਼ਬਦ ਆ ਅੰਗ 525 ਦੇ ਉੱਪਰ, 525 ਦੇ ਉੱਪਰ ਉਹਨਾਂ ਦਾ ਇੱਕ ਸ਼ਬਦ ਆ ਰਾਗ ਗੁਜਰੀ ਦੇ ਵਿੱਚ। ਵੈਰੀ 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 ਇੰਪੋਰਟੈਂਟ। ਇਸੇ ਤਰ੍ਹਾਂ ਹੀ ਰਾਗ ਸੋਰਠ ਦੇ ਵਿੱਚ ਉਹਨਾਂ ਦੇ 7 ਸ਼ਬਦ ਦਰਜ ਆ। ਅੰਗ ਨੋਟ ਕਰੋ 657 658 659 ਅੰਗ ਦੇ ਉੱਤੇ ਇਹ 7 ਦੇ 7 ਸ਼ਬਦ ਜਿਹੜੇ ਨੇ ਰਾਗ ਸੋਰਠ ਵਿੱਚ ਦਰਜ ਹਨ। ਰਾਗ ਧਨਾਸਕੀ ਵਿੱਚ ਭਗਤ ਰਵਿਦਾਸ ਦੇ 3 ਸ਼ਬਦ ਦਰਜ ਆ ਅੰਗ 694 ਦੇ ਉੱਤੇ। ਰਾਗ ਜੈਤਸਰੀ ਵਿੱਚ ਇੱਕ ਸ਼ਬਦ ਦਰਜ ਆ ਅੰਗ 710 ਦੇ ਉੱਪਰ। ਤੇ ਰਾਗ ਸੋਹੀ ਵਿੱਚ ਭਗਤ ਰਵਿਦਾਸ ਜੀ ਦੇ 3 ਸ਼ਬਦ ਦਰਜ ਆ ਅੰਗ 793 794 ਦੇ ਉੱਤੇ। ਤੇ ਇਸੇ ਤਰ੍ਹਾਂ ਹੀ ਰਾਗ ਬਿਲਾਵਲ ਵਿੱਚ ਉਹਨਾਂ ਦੇ 2 ਸ਼ਬਦ ਦਰਜ ਆ ਅੰਗ 858 ਦੇ ਉੱਪਰ। ਤੇ ਰਾਗ ਗੌਂਡ ਵਿੱਚ ਉਹਨਾਂ ਦੇ ਫਿਰ 2 ਸ਼ਬਦ ਦਰਜ ਆ ਅੰਗ 875 ਦੇ ਉੱਪਰ। ਤੇ ਇਸੇ ਤਰ੍ਹਾਂ ਹੀ ਰਾਗ ਰਾਮਕਲੀ ਵਿੱਚ ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਦਰਜ ਆ ਅੰਗ 973 ਦੇ ਉੱਪਰ, ਠੀਕ ਹੈ ਜੀ। ਤੇ ਰਾਗ ਮਾਰੂ ਵਿੱਚ ਵੀ 2 ਸ਼ਬਦ ਦਰਜ ਆ ਅੰਗ 1106 ਦੇ ਉੱਪਰ, ਠੀਕ ਹੈ ਜੀ। ਇਹਨੂੰ ਤੁਸੀਂ ਨੋਟ ਕਰ ਸਕਦੇ ਹੋ। ਤੇ ਰਾਗ ਕਿਦਾਰਾ ਦੇ ਵਿੱਚ ਇੱਕ ਸ਼ਬਦ ਦਰਜ ਆ ਅੰਗ 1124 ਦੇ ਉੱਪਰ ਦਰਜ ਆ ਜੀ। ਤੇ ਇਸੇ ਤਰ੍ਹਾਂ ਹੀ ਰਾਗ ਭੈਰੋ 'ਚ ਇੱਕ ਸ਼ਬਦ ਅੰਗ 1167 ਦੇ ਉੱਪਰ ਦਰਜ ਆ। ਰਾਗ ਬਸੰਤ ਵਿੱਚ ਇੱਕ ਸ਼ਬਦ ਦਰਜ ਆ ਅੰਗ 1196 ਦੇ ਉੱਪਰ। ਭੈਰੋ ਰਾਗ ਵਾਲਾ ਸ਼ਬਦ 1167 ਦੇ ਵਿੱਚ ਆ ਤੇ ਬਸੰਤ ਰਾਗ ਵਾਲਾ ਇੱਕ ਸ਼ਬਦ ਜਿਹੜਾ ਆ 1196 ਅੰਗ ਦੇ ਉੱਪਰ ਆ। ਇਸੇ ਤਰ੍ਹਾਂ ਹੀ ਰਾਗ ਮਲਹਾਰ ਦੇ ਵਿੱਚ ਉਹਨਾਂ ਦੇ 3 ਸ਼ਬਦ ਦਰਜ ਆ ਅੰਗ 1293 ਦੇ ਉੱਪਰ, ਠੀਕ ਹੈ ਜੀ। ਇਹ ਟੋਟਲ 16 ਰਾਗ ਨੇ ਜਿਨ੍ਹਾਂ ਵਿੱਚ ਭਗਤ ਰਵਿਦਾਸ ਜੀ ਦੇ 40 ਸ਼ਬਦ ਦਰਜ ਆ। ਠੀਕ ਕਲੀਅਰ ਹੈ ਨਾ? ਸ਼ਾਬਾਸ਼, ਇਹ ਨੋਟ ਕਰ ਲਵੋ, ਬਹੁਤ ਅਹਿਮ ਜਾਣਕਾਰੀ ਆ। ਹੋ ਸਕਦਾ ਕਿ ਸਾਰਿਆਂ ਦੇ ਵਾਸਤੇ ਇਹ ਨਵੀਂ ਹੋਵੇ। ਭਗਤ ਰਵਿਦਾਸ ਜੀ ਦਾ ਜਨਮ 1433 ਸੰਮਤ ਨੂੰ ਹੋਇਆ, ਜਦ ਕਿ ਭਗਤ ਕਬੀਰ ਜੀ ਦਾ ਜਨਮ 1455 ਸੰਮਤ ਨੂੰ ਹੋਇਆ ਸੀ। ਇਸ ਤਰ੍ਹਾਂ ਭਗਤ ਰਵਿਦਾਸ ਜੀ ਭਗਤ ਕਬੀਰ ਜੀ ਤੋਂ 22 ਸਾਲ ਵੱਡੇ ਸਨ। ਨੋਟ ਕਰ ਲਵੋ, ਭਗਤ ਰਵਿਦਾਸ ਜੀ ਭਗਤ ਕਬੀਰ ਜੀ ਤੋਂ 22 ਸਾਲ ਉਮਰ ਵਿੱਚ ਵੱਡੇ ਸੀਗੇ। ਤੇ ਭਗਤ ਕਬੀਰ ਜੀ ਦੀ ਉਮਰ 119 ਸਾਲ ਦੀ ਹੋਈ ਮੰਨੀ ਜਾਂਦੀ ਆ। ਭਗਤ ਕਬੀਰ ਜੀ ਦੀ ਉਮਰ 119 ਸਾਲ, ਵਾਹ, ਆ ਹੁੰਦੀਆਂ ਉਮਰਾਂ, 119 ਸਾਲ ਹੋਈ ਮੰਨੀ ਜਾਂਦੀ ਆ। ਭਗਤ ਰਵਿਦਾਸ ਜੀ ਦੀ ਉਮਰ 151 ਸਾਲ ਹੋਈ, 151 ਈਅਰਸ, 151 ਸਾਲ ਦੀ, ਵਾਹ, ਇਹ ਹੁੰਦੀਆਂ ਉਮਰਾਂ, ਅਤ ਬਿਰਧ ਉਮਰ ਜਿਹੜੀ ਆ। ਤੇ ਭਗਤ ਰਵਿਦਾਸ ਜੀ ਦਾ ਸੰਕਲਪ ਸੀਗਾ ਜੀ ਬੇਗਮਪੁਰੇ ਦਾ ਸੰਕਲਪ। ਵੈਰੀ ਵੈਰੀ ਇੰਪੋਰਟੈਂਟ। ਭਗਤ ਰਵਿਦਾਸ ਜੀ ਨੇ ਬੇਗਮਪੁਰੇ ਦਾ ਜਿਹੜਾ ਸੰਕਲਪ ਆ ਉਹ ਸਾਨੂੰ ਦਿੱਤਾ ਆ। ਅੱਗੇ ਤੁਰਦੇ ਆ। ਇਹ ਜਿਹੜਾ ਸੰਤ ਰਵਿਦਾਸ ਔਰ ਉਨਕਾ ਕਾਵਿ ਦੇ ਪੰਨਾ ਨੰਬਰ 50-51 ਦੇ ਉੱਪਰ ਰਾਮਾਨੰਦ ਸ਼ਾਸਤਰੀ ਲਿਖਦੇ ਆ। ਇਹ ਕਥਨ ਆ, ਮੈਂ ਹੂਬਹੂ ਬੋਲਣ ਲੱਗਾ ਆ, ਤੁਸੀਂ ਨੋਟ ਕਰ ਲਿਓ। ਅਲੱਗ-ਅਲੱਗ ਪ੍ਰਾਂਤਾਂ ਵਿੱਚ ਰਵਿਦਾਸ, ਰੋਹੀਦਾਸ, ਰੋਹੀਦਾਸ ਅਤੇ ਰਾਏਦਾਸ ਆਦਿ ਭਿੰਨ-ਭਿੰਨ ਨਾਮ ਪ੍ਰਚਲਿਤ ਹਨ। ਜਿੱਥੋਂ ਤੱਕ ਰੋਹੀਦਾਸ, ਰੋਹੀਦਾਸ ਔਰ ਰਾਏਦਾਸ ਆਦਿ ਦਾ ਪ੍ਰਸ਼ਨ ਹੈ, ਇਹ ਅਨੁਮਾਨ ਤਰਕ ਸੰਗਤ ਹੈ ਕਿ ਇਹ ਸਾਰੇ ਨਾਮ ਰਵਿਦਾਸ ਔਰ ਰੈਦਾਸ ਦੇ ਵਿਗੜੇ ਹੋਏ ਰੂਪ ਹਨ। ਥਾਂ-ਥਾਂ ਬੋਲੀ ਅਤੇ ਭਾਸ਼ਾ ਤੋਂ ਪ੍ਰਭਾਵਿਤ ਹੋ ਕੇ ਅਸਲ ਨਾਮ ਵਿੱਚ ਕੁਝ ਨਾ ਕੁਝ ਪਰਿਵਰਤਨ ਹੋਣਾ ਸੁਭਾਵਿਕ ਹੈ। ਇਹ ਕਥਨ ਰਾਮਾਨੰਦ ਸ਼ਾਸਤਰੀ ਜੀ ਦਾ ਲਿਖਿਆ ਹੋਇਆ ਆ। ਹਵਾਲਾ ਕਿਤਾਬ ਵੀ ਨੋਟ ਕਰੋ, ਸੰਤ ਰਵਿਦਾਸ ਔਰ ਉਨਕਾ ਕਾਵਿ, ਪੰਨਾ ਨੰਬਰ 50-51 ਦੇ ਉੱਪਰ, ਠੀਕ ਹੈ ਜੀ। ਹਵਾਲੇ ਤੋਂ ਬਿਨਾਂ ਤਾਂ ਆਪਾਂ ਗੱਲ ਨਹੀਂ ਕਰਦੇ, ਰੈਲੇਵੈਂਸੀ ਇਹੀ ਹੁੰਦੀ ਆ। ਚੜ੍ਹਦੀ ਕਲਾ ਵਿੱਚ ਰਹੋ। ਤੇ ਅੱਗੇ ਨੋਟ ਕਰੋ ਜੀ, ਹਿੰਦੀ ਵਿਸ਼ਵ ਕੋਸ਼ ਦੀ 19ਵੀਂ ਜਿਲਦ ਦੇ
पन्ना नंबर 613 ਦੇ ਉੱਪਰ ਲਿਖਿਆ ਹੋਇਆ ਜੀ। 765 ਦੇ ਉੱਪਰ ਵੀ ਜ਼ਿਕਰ ਆਉਂਦਾ ਆ ਕਿ ਰਵਿਦਾਸ ਲਈ ਰਵਿਦਾਸ ਅਤੇ ਰਹਿਦਾਸ ਦੋਵਾਂ ਨਾਵਾਂ ਦਾ ਜ਼ਿਕਰ ਕਰਦਿਆਂ ਇਹਨਾਂ ਨੂੰ ਇੱਕੋ ਵਿਅਕਤੀ ਦੇ ਨਾਂ ਸਵਕਾਰਿਆ ਗਿਆ ਆ। ਮਤਲਬ ਕਿ ਰਵਿਦਾਸ ਜਾਂ ਰਾਰੇ ਦਲਾਵਾਂ ਦੱਦਾ ਕੰਨਾ ਸੱਸਾ ਰਹਿਦਾਸ ਇਹ ਇੱਕੋ ਵਿਅਕਤੀ ਸੀਗਾ, ਇਹ ਵੱਖੋ ਵੱਖਰੇ ਨਹੀਂ ਸੀਗੇ। ਸੰਤ ਗੁਰੂ ਰਵਿਦਾਸ ਬਾਣੀ ਪੰਨਾ ਨੰਬਰ 22 ਅਨੁਸਾਰ ਡਾਕਟਰ BP ਸ਼ਰਮਾ ਲਿਖਦੇ ਆ ਕਿ ਰਵਿਦਾਸ ਨੂੰ ਰਹਿਦਾਸ ਦਾ ਆਧੁਨਿਕੀਕਰਨ ਮੰਨਦੇ ਆ। ਕੌਣ? ਡਾਕਟਰ BP ਸ਼ਰਮਾ ਜੀ। ਠੀਕ ਹੈ ਜੀ, ਇਹ ਵੀ ਬਹੁਤ ਇੰਪੋਰਟੈਂਟ ਆ, ਇਹਨੂੰ ਤੁਸੀਂ ਨੋਟ ਕਰ ਸਕਦੇ ਹੋ। ਭਾਈ ਕਾਹਨ ਸਿੰਘ ਨਾਭਾ ਅਨੁਸਾਰ ਰਵਿਦਾਸ ਕਬੀਰ ਤੋਂ ਬਹੁਤ ਮਗਰੋਂ ਭਗਤ ਰਾਮਾਨੰਦ ਦੇ ਸ਼ਿਸ਼ ਮਤਲਬ ਚੇਲੇ ਹੋਏ ਆ, ਇਹ ਮੰਨਦੇ ਆ ਉਹ। ਤੇ ਇਸੇ ਤਰ੍ਹਾਂ ਹੀ ਮਹਾਨ ਕੋਸ਼ ਵਿੱਚ ਭਾਈ ਕਾਹਨ ਸਿੰਘ ਨਾਭਾ ਨੇ ਪੰਨਾ ਨੰਬਰ 1293 ਤੇ ਭਗਤ ਰਵਿਦਾਸ ਜੀ ਦੀ ਮਾਤਾ ਦਾ ਨਾਮ ਦਿਆਰੀ, ਦੱਦੇ ਨੂੰ ਸਿਹਾਰੀ, ਆੜੇ ਕੰਨਾ ਰਾਰੇ ਵਿਹਾਰੀ, ਦਿਆਰੀ ਅਤੇ ਪਿਤਾ ਦਾ ਨਾਮ ਸੰਤੋਖ ਮੰਨਿਆ ਆ। ਮਹਾਨ ਕੋਸ਼ ਵਿੱਚ ਭਾਈ ਕਾਹਨ ਸਿੰਘ ਨਾਭਾ ਨੇ ਪੰਨਾ ਨੰਬਰ 1293 ਉੱਤੇ। ਰਹਿਦਾਸ ਜੀ ਦੀ ਬਾਣੀ ਬੇਲਵੀਡੀਅਰ ਪ੍ਰਿੰਟਿੰਗ ਪ੍ਰੈਸ ਦੇ ਪੰਨਾ ਨੰਬਰ 11 ਅਨੁਸਾਰ ਰਵਿਦਾਸ ਜੀ ਦੀ ਮਾਤਾ ਦਾ ਨਾਮ ਘੁਰਬਿੰਨਿਆ ਅਤੇ ਪਿਤਾ ਦਾ ਨਾਮ ਰਘੂ ਮੰਨਿਆ ਗਿਆ ਹੈ। ਘੁਰਬਿੰਨਿਆ ਮਾਤਾ ਦਾ ਨਾਮ ਤੇ ਪਿਤਾ ਦਾ ਨਾਮ ਰਘੂ ਮੰਨਿਆ ਗਿਆ ਆ। ਰਹਿਦਾਸ ਜੀ ਦੀ ਬਾਣੀ ਬੇਲਵੀਡੀਅਰ ਪ੍ਰਿੰਟਿੰਗ ਪ੍ਰੈਸ ਦੇ ਪੰਨਾ ਨੰਬਰ 11 ਅਨੁਸਾਰ। ਇਸੇ ਤਰ੍ਹਾਂ ਹੀ ਸੰਤ ਰਵਿਦਾਸ ਔਰ ਉਨਕਾ ਕਾव्य ਦੇ ਪੰਨਾ ਨੰबर 73 ਦੇ ਉੱਪਰ ਰਾਮਾਨੰਦ ਸ਼ਾਸਤਰੀ ਨੇ ਉਹਨਾਂ ਦੀ ਮਾਤਾ ਦਾ ਨਾਮ ਕਰਮੋ ਅਤੇ ਪਿਤਾ ਦਾ ਨਾਮ ਰਘੂ ਸਵਕਾਰਿਆ ਆ। ਠੀਕ ਹੈ ਜੀ। ਸੰਤ ਰਵਿਦਾਸ ਕੀ ਭਗਤੀ ਸਾਧਨਾ ਕਿਤਾਬ ਦਾ ਨਾਮ ਆ ਸੰਤ ਰਵਿਦਾਸ ਕੀ ਭਗਤੀ ਸਾਧਨਾ ਦੇ ਪੰਨਾ ਨੰਬਰ 7 ਦੇ ਉੱਪਰ BP ਸ਼ਰਮਾ ਨੇ ਭਗਤ ਰਵਿਦਾਸ ਜੀ ਦੇ ਪਿਤਾ ਦਾ ਨਾਮ ਰਾਘਵ ਦਾਸ, ਆਪਾਂ ਪਹਿਲਾਂ ਨਾਵਾਂ ਦਾ ਜ਼ਿਕਰ ਕੀਤਾ ਸੀ ਨਾ, ਹੁਣ ਹਵਾਲਿਆਂ ਸਹਿਤ ਦੱਸ ਰਿਹਾ। ਰਾਘਵ ਦਾਸ ਤੇ ਮਾਤਾ ਦਾ ਨਾਮ ਕਰਮੋ ਦੇਵੀ ਲਿਖਿਆ ਜਾਂ ਇਹ ਦੱਸਿਆ ਆ ਉਹਨਾਂ ਨੇ। ਕਿਹਨੇ ਦੱਸਿਆ? BP ਸ਼ਰਮਾ ਜੀ ਨੇ। ਕਿਤਾਬ ਕਿਹੜੀ ਆ? ਸੰਤ ਰਵਿਦਾਸ ਕੀ ਭਗਤੀ ਸਾਧਨਾ। ਠੀਕ ਹੈ ਜੀ, ਨੋਟ ਕਰ ਲਿਆ। ਅੱਗੇ ਤੁਰਦੇ। ਰਵਿਦਾਸ ਦਰਸ਼ਨ ਦੇ ਪੰਨਾ ਨੰਬਰ 64 ਦੇ ਅਨੁਸਾਰ ਲੇਖਕ ਪ੍ਰਿਥਵੀ ਸਿੰਘ ਆਜ਼ਾਦ ਦੱਸਦੇ ਹਨ ਕਿ ਭਗਤ ਰਵਿਦਾਸ ਜੀ ਦੇ ਪਿਤਾ ਦਾ ਪ੍ਰਸਿੱਧ ਨਾਮ ਰਾਘਵ ਅਥਵਾ ਰਘੂ ਸੀ। ਪਿਤਾ ਦਾ ਨਾਮ ਰਾਘਵ ਅਥਵਾ ਰਘੂ ਸੀ, ਪਰ ਪਿਤਾ ਦਾ ਜਨਮ ਦਾ ਨਾਮ ਜਿਹੜਾ ਸੀਗਾ ਉਹ ਸੀ ਭਾਨਦਾਸ। ਮਤਲਬ ਕਿ ਭਗਤ ਰਵਿਦਾਸ ਜੀ ਦੇ ਪਿਤਾ ਦੇ ਜਨਮ ਦਾ ਨਾਮ, ਬਚਪਨ ਦਾ ਨਾਮ ਭਾਨਦਾਸ ਸੀ ਤੇ ਉਸ ਤੋਂ ਬਾਅਦ ਰਾਘਵ ਜਾਂ ਰਘੂ ਰੱਖਿਆ ਗਿਆ ਸੀ। ਠੀਕ ਹੈ ਜੀ, ਕਲੀਅਰ ਹੈ। ਅੱਗੇ ਤੁਰਦੇ ਹਾਂ। ਭਵਿੱਖ ਪੁਰਾਣ ਦੇ ਖੰਡ ਨੰਬਰ 4 ਅਧਿਆਏ ਨੰਬਰ 18 ਸ਼ਲੋਕ ਨੰਬਰ 57 ਦਾ ਉਲੇਖ ਕਰਦਿਆਂ ਪਤਾ ਲੱਗਦਾ ਆ ਕਿ ਭਾਨਦਾਸ ਦਾ ਪੁੱਤਰ ਰਵਿਦਾਸ ਨਾਂ ਨਾਲ ਪ੍ਰਸਿੱਧ ਹੋਇਆ। ਭਗਤ ਰਵਿਦਾਸ ਜੀ ਦੀ ਮਾਤਾ ਦਾ ਨਾਂ ਕਰਮੋ ਦੇਵੀ ਸੀ। ਠੀਕ ਹੈ ਜੀ, ਇਹ ਹਵਾਲਾ ਵੀ ਤੁਸੀਂ ਨੋਟ ਕਰ ਲਵੋ, ਬਹੁਤ ਅਹਿਮ ਆ। ਭਗਤ ਰਵਿਦਾਸ ਜੀ ਦੀ ਪਤਨੀ ਦਾ ਨਾਮ ਸੀ ਲੋਨਾ, ਲੱਲੇ ਹੋੜਾ ਨੰਨੇ ਕੰਨਾ। ਭਾਈ ਜੋਤ ਸਿੰਘ ਦੀ ਪੁਸਤਕ ਹੈ ਜੀ ਭਗਤ ਰਵਿਦਾਸ ਜੀਵਨ ਤੇ ਰਚਨਾ, ਪੰਨਾ ਨੰਬਰ 2। ਇਸੇ ਤਰ੍ਹਾਂ ਹੀ ਭਗਵੰਤ ਵਰੁਤ ਸੰਤ रैदास और उनका पंथ ਭਗਵਤ ਵਰਤ ਮਿਸ਼ਰ ਆ ਪ੍ਰਕਾਸ਼ਿਤ ਥੀਸਿਸ ਦੇ ਅਨੁਸਾਰ ਤੇ ਨਾਲ ਹੀ ਬਿਰਗਮ ਦਾ ਚਾਰਮਸ, ਬਿਰਗਮ ਰਾਈਟਰ ਦਾ ਨਾਮ ਆ, ਦਾ ਚਾਰਮਸ GW ਬਿਰਗਸ ਇਹ ਬੰਦੇ ਦਾ ਪੂਰਾ ਨਾਮ ਆ। ਪੰਨਾ ਨੰਬਰ 26 ਦੇ ਉੱਪਰ ਲਿਖਦਾ ਆ ਕਿ ਪਤਨੀ ਦਾ ਨਾਮ ਭਾਗਵੰਤੀ ਅਤੇ ਲੋਨਾ, ਇਹ ਇਹਨਾਂ ਨੇ ਮੰਨਿਆ ਆ। ਭਾਗਵੰਤੀ ਅਤੇ ਲੋਨਾ ਇਹ ਤਿੰਨੇ ਰਾਈਟਰਾਂ ਨੇ, ਭਾਈ ਜੋਤ ਸਿੰਘ ਨੇ, ਭਗਵੰਤ ਵਰੁਤ ਨੇ ਤੇ ਬਿਰਗਮ ਨੇ। ਠੀਕ ਹੈ ਜੀ, ਇਹ ਮੰਨਦੇ ਆ ਕਿ ਭਗਤ ਰਵਿਦਾਸ ਜੀ ਦੀ ਪਤਨੀ ਦਾ ਨਾਮ ਭਾਗਵੰਤੀ ਅਤੇ ਲੋਨਾ ਸੀ। ਇਹ ਦੋਨੇ ਨਾਮ ਇਹ ਜਿਹੜੇ ਸੁਝਾਉਂਦੇ ਆ, ਸਾਨੂੰ ਦੱਸਦੇ ਆ। ਇਸੇ ਤਰ੍ਹਾਂ ਹੀ ਚਤੁਰਵੇਦੀ ਜੀ ਨੇ ਭਗਤ ਰਵਿਦਾਸ ਜੀ ਦੀ ਪਤਨੀ ਦਾ ਨਾਮ ਲੋਨਾ, ਲੱਲੇ ਹੋੜਾ ਨੰਨੇ ਕੰਨਾ ਲੋਨਾ, ਅਤੇ ਪ੍ਰਿਥਵੀ ਸਿੰਘ ਆਜ਼ਾਦ ਨੇ ਲੋਣਾ, ਲੱਲੇ ਹੋੜਾ ਨਾਣੇ ਕੰਨਾ ਲੋਣਾ ਨਾਮ ਸਵੀਕਾਰ ਕੀਤਾ ਆ।
ਤੇ ਵੱਖ-ਵੱਖ ਵਿਦਵਾਨਾਂ ਨੇ ਵੱਖ-ਵੱਖ ਜਿਹੜੇ ਨਾਮ ਨੇ ਉਹ ਆਪਣੇ ਅਨੁਸਾਰ ਇਤਿਹਾਸ ਦੀ ਜੋ ਖੋਜ ਕੀਤੀ ਆ ਉਹਦੇ ਵਿੱਚ ਦੱਸੇ ਨੇ। ਮੈਂ ਤੁਹਾਨੂੰ ਹਵਾਲਿਆਂ ਸਹਿਤ ਦੱਸ ਰਿਹਾ ਹਾਂ। ਤੇ ਪਿਆਰੇ ਵਿਦਿਆਰਥੀਓ, ਜੇ ਆਪਾਂ ਭਗਤ ਰਵਿਦਾਸ ਜੀ ਦੀ ਸੰਤਾਨ ਦੀ ਗੱਲ ਕਰੀਏ ਤਾਂ ਉਹਨਾਂ ਦਾ ਇੱਕ ਪੁੱਤਰ ਮੰਨਿਆ ਜਾਂਦਾ, ਵਿਜੈ ਦਾਸ ਉਹਦਾ ਨਾਮ ਸੀ, ਵਿਜੈ ਦਾਸ। ਤੇ ਚਤੁਰਵੇਦੀ ਜੀ ਨੇ ਰਵਿਦਾਸ ਪੁਰਾਣ ਦੇ ਰਚੇਤਾ ਪਰਮਾਨੰਦ ਸਵਾਮੀ ਦੇ ਹਵਾਲੇ ਨਾਲ ਭਗਤ ਰਵਿਦਾਸ ਜੀ ਦੇ ਇੱਕ ਪੁੱਤਰ ਵਿਜੈ ਦਾਸ ਦਾ ਉਲੇਖ ਕੀਤਾ ਆ। ਉਲੇਖ ਕਿਹਨੇ ਕੀਤਾ ਆ? ਇਹ ਚਤੁਰਵੇਦੀ ਜੀ ਨੇ ਰਵਿਦਾਸ ਪੁਰਾਣ ਦੇ ਰਚੇਤਾ ਪਰਮਾਨੰਦ ਸਵਾਮੀ ਦੇ ਹਵਾਲੇ ਨਾਲ। ਇਸ ਤੋਂ ਬਿਨਾਂ ਕਿਉਂਕਿ ਗੱਲ ਰੈਲੇਵੈਂਟ ਨਹੀਂ ਹੁੰਦੀ, ਇਸ ਕਰਕੇ ਉਹਨਾਂ ਨੇ ਹਵਾਲੇ ਸਹਿਤ ਇਹ ਗੱਲ ਜਿਹੜੀ ਆਪਣੀ ਪੇਸ਼ ਕੀਤੀ ਆ। ਅੱਗੇ ਤੁਰਦੇ ਆ ਜੀ। ਰਾਮਚੰਦਰ शुक्ल पुस्तक है हिंदी साहित्य का इतिहास, पन्ना नंबर 57, नोट कर लवो। इस तरह ही राजकुमार वर्मा पुस्तक का नाम हिंदी साहित्य का आलोचनात्मक इतिहास, पन्ना नंबर 320। अगे नोट करो। डॉक्टर सुरिंदर सिंह कोहली जागृति रविदास अंक फरवरी 1977 का, पन्ना नंबर 8। ਤੇ ਨਾਲ ਹੀ ਨੋਟ ਕਰੋ ਜੀ ਭਗਤ ਮੁੰਸੀ ਰਾਮ ਪੁਸਤਕ ਭਗਤੀ ਕਾ ਵਿਕਾਸ, ਪੰਨਾ ਨੰਬਰ 414 ਅਤੇ ਰਿਲੀਜੀਅਸ ਸੈਕਟਰ ਆਫ ਹਿੰਦੂਜ਼, ਲੇਖਕ ਦਾ ਨਾਮ ਨੋਟ ਕਰੋ ਜੀ H ਵਿਲਸਨ, ਅਧਿਆਏ ਦੂਜਾ, ਪੇਜ ਨੰਬਰ 28। ਤੇ ਨਾਲ ਹੀ ਤੁਸੀਂ ਨੋਟ ਕਰੋ ਹਿੰਦੀ ਵਿਸ਼ਵਕੋਸ਼ ਜਿਲਦ 19ਵੀਂ, ਪੰਨਾ 414। ਠੀਕ ਹੈ ਜੀ। ਤੇ ਨਾਲ ਹੀ ਨੋਟ ਕਰੋ ਬਿਰਹਤ कोश दूसरा संस्करण, पन्ना नंबर 765 आदि पुस्तकां भगत जां स्वामी रामानंद नूं भगत रविदास दा गुरु सिद्ध करदियां आ। इस सारियां दियां सारियां पुस्तकां जिहड़ियां आ ਇਹ भगत रामानंद ਨੂੰ भगत रविदास ਦਾ ਗੁਰੂ ਦੱਸਦੀਆਂ ਆ। ਹੁਣ ਹਵਾਲੇ ਨਾਲ ਗੱਲ ਹੋ ਗਈ ਨਾ ਕਿ ਗੁਰੂ ਕਿੱਥੇ ਕਿੱਥੇ ਕਿਹਾ ਗਿਆ, ਕਿਹੜੀ ਕਿਹੜੀ ਕਿਤਾਬ ਦੇ ਵਿੱਚ ਮੰਨਿਆ ਗਿਆ ਕਿ ਰਾਮਾਨੰਦ ਜੀ ਭਗਤ ਰਵਿਦਾਸ ਦੇ ਗੁਰੂ ਸੀ। ਠੀਕ ਹੈ ਜੀ। ਅੱਗੇ ਤੁਰਦੇ ਹਾਂ। ਜਦ ਕਿ ਮੈਕਲੋਡ ਕਿਤਾਬ ਦਾ ਨਾਮ ਨੋਟ ਕਰੋ, ਗੁਰੂ ਨਾਨਕ ਐਂਡ ਦਾ ਸਿੱਖ ਰਿਲੀਜਨ, WH ਮੈਕਲੋਡ ਰਾਈਟਰ ਦਾ ਨਾਮ, ਪੰਨਾ ਨੰਬਰ 155। ਇਸੇ ਤਰ੍ਹਾਂ ਹੀ ਸੁਦਰਸ਼ਨ ਸਿੰਘ ਮਜੀਠੀਆ ਕਿਤਾਬ ਸੰਤ ਸਾਹਿਤਯ ਦੇ ਪੰਨਾ ਨੰਬਰ 246 ਦੇ ਉੱਪਰ ਲਿਖਦੇ ਆ। ਨਾਲ ਹੀ ਇੱਕ ਹੋਰ ਨੋਟ ਕਰ ਲਓ, ਰਾਮਾਨੰਦ ਸ਼ਾਸਤਰੀ, ਪਰਸ਼ੂਰਾਮ ਚਤੁਰਵੇਦੀ ਤੇ ਭਗਵਤ ਵਰਤ ਮਿਸ਼ਰ ਇਸ ਵਿਚਾਰ ਨਾਲ ਸਹਿਮਤ ਨਹੀਂ ਹੈਗੇ ਕਿ ਭਗਤ ਰਾਮਾਨੰਦ ਜੀ ਭਗਤ ਰਵਿਦਾਸ ਜੀ ਦੇ ਗੁਰੂ ਮੰਨੇ ਜਾਣ। ਠੀਕ ਹੈ ਜੀ। ਇਹ ਵਿਦਵਾਨ ਇਸ ਗੱਲ ਨੂੰ ਨਹੀਂ ਮੰਨਦੇ। ਪਹਿਲੇ ਜੋ ਵਿਦਵਾਨ ਸੀ, ਜੋ ਉਹਨਾਂ ਦੀਆਂ ਕਿਤਾਬਾਂ ਸੀ, ਜੋ ਉਹਨਾਂ ਦੇ ਪੇਜ ਨੰਬਰ ਦੱਸੇ ਆ, ਉਹਨਾਂ ਦੇ ਅਨੁਸਾਰ ਭਗਤ ਰਵਿਦਾਸ ਦੇ ਗੁਰੂ ਭਗਤ ਰਾਮਾਨੰਦ ਜੀ ਹੋਏ ਆ। ਠੀਕ ਹੈ ਜੀ। ਅੱਗੇ ਤੁਰਦੇ ਹਾਂ। ਭਗਤ ਰਵਿਦਾਸ ਜੀ ਦੀ ਪ੍ਰਮਾਣਿਕ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਹੋਰ ਰਚਨਾਵਾਂ ਦਾ ਵੀ ਆਪਾਂ ਜ਼ਿਕਰ ਕਰਨਾ, ਕਿਉਂਕਿ ਹੋਰ ਰਚਨਾਵਾਂ ਦੇ ਵਿੱਚ ਵੀ ਭਗਤ ਰਵਿਦਾਸ ਜੀ ਦਾ ਨਾਮ ਜੋੜਿਆ ਜਾਂਦਾ ਆ। ਉਹਨਾਂ ਵਿੱਚ ਬਲਵੀਡੀਅਰ ਪ੍ਰੈਸ ਇਲਾਹਾਬਾਦ ਵੱਲੋਂ ਪ੍ਰਕਾਸ਼ਿਤ ਸਨ 1908 ਦੀ ਰਚਨਾ ਰਵਿਦਾਸ ਜੀ ਕੀ ਬਾਣੀ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਆ। ਇਸ ਵਿੱਚ 87 ਸ਼ਬਦ ਅਤੇ ਇੱਕ ਸਾਖੀ ਦਰਜ ਆ। ਠੀਕ ਹੈ ਜੀ। 87 ਸ਼ਬਦ ਤੇ ਇੱਕ ਸਾਖੀ ਇਸ ਕਿਤਾਬ ਦੇ ਵਿੱਚ ਦਰਜ ਆ। ਇਸੇ ਤਰ੍ਹਾਂ ਹੀ ਪ੍ਰਿਥਵੀ ਸਿੰਘ ਆਜ਼ਾਦ ਵੱਲੋਂ 1973 ਵਿੱਚ ਸੰਪਾਦਿਤ ਪੁਸਤਕ ਰਵਿਦਾਸ ਦਰਸ਼ਨ ਵਿੱਚ 190 ਸ਼ਲੋਕ ਦਰਜ ਮਿਲਦੇ ਹਨ। ਤੇ ਜੇ ਆਪਾਂ ਅੱਗੇ ਗੱਲ ਕਰੀਏ, ਸੰਤ ਰਵਿਦਾਸ ਪੁਸਤਕ ਵਿੱਚ ਜੋਗਿੰਦਰ ਸਿੰਘ ਨੇ 112 ਪਦੇ ਅਤੇ 8 ਸਾਖੀਆਂ ਪੇਸ਼ ਕੀਤੀਆਂ ਹਨ ਭਗਤ ਰਵਿਦਾਸ ਜੀ ਦੀਆਂ। ਤੇ ਸਵਾਮੀ ਰਾਮਾਨੰਦ ਪਾਂਡੇ, ਵਰਿੰਦਰ ਪਾਂਡੇ ਵੱਲੋਂ ਸੰਪਾਦਿਤ ਅਤੇ ਨਵ ਭਾਰਤ ਪ੍ਰੈਸ ਲਖਨਊ ਵੱਲੋਂ ਪ੍ਰਕਾਸ਼ਿਤ ਪੁਸਤਕ ਸੰਤ ਰਵਿਦਾਸ ਔਰ ਉਨਕਾ ਕਾਲ ਵਿੱਚ 97 ਪਦੇ ਅਤੇ 6 ਸਾਖੀਆਂ ਸ਼ਾਮਲ ਹੈਗੀਆਂ ਆ। ਇਹ ਸਾਨੂੰ ਮਿਲਦੀਆਂ ਨੇ। ਤੇ ਬੇਨੀ ਪ੍ਰਸ਼ਾਦ ਸ਼ਰਮਾ ਨੇ 171 ਪਦ ਜਾਂ ਸ਼ਬਦ ਆਪਣੀ ਪੁਸਤਕ ਰਵਿਦਾਸ ਬਾਣੀ ਵਿੱਚ ਦਿੱਤੇ ਆ। ਇਹ ਹਵਾਲਿਆਂ ਦੇ ਨਾਲ ਤੁਹਾਨੂੰ ਦੱਸ ਰਿਹਾ, ਨੋਟ ਕਰਦੇ ਜਾਇਓ। ਠੀਕ ਹੈ ਜੀ। ਤੇ ਭਗਤ ਰਵਿਦਾਸ ਜੀ ਦੀ ਵਿਸ਼ੇਸ਼ਤਾ ਜਾਂ ਉਹਨਾਂ ਦੇ ਗੁਣ ਕੀ ਆ, ਇਹ ਵੀ ਨੋਟ ਕਰ ਲਵੋ। ਭਗਤ ਰਵਿਦਾਸ ਜੀ ਬੜੇ ਸਹਿਣਸ਼ੀਲ ਆਦਮੀ ਸੀਗੇ, ਬੜੇ ਸੰਤੋਖੀ ਸੀਗੇ, ਭਗਤੀ ਕਰਨ ਵਾਲੇ ਸੀ, ਦੂਸਰਿਆਂ ਨੂੰ ਖਿਮਾ ਮਤਲਬ ਮਾਫ ਕਰਨ ਵਾਲੇ ਸੀ।
ਉਹ ਹਲੀਮੀ ਭਰੇ ਸੀ, ਨਿਮਰਤਾ ਵਿੱਚ ਰਹਿੰਦੇ ਸੀ, ਨਿਡਰ ਸੀਗੇ ਤੇ ਇਸ ਤਰ੍ਹਾਂ ਵੱਖ-ਵੱਖ ਜਿਹੜੇ ਉਹਨਾਂ ਦੇ ਗੁਣ ਵਾ ਉਹਨਾਂ ਦੀ ਸ਼ਖਸੀਅਤ ਦੇ ਵਿੱਚੋਂ ਝਲਕਦੇ ਸੀ। ਭਗਤ ਰਵਿਦਾਸ ਜੀ ਨਾਲ ਸੰਬੰਧਿਤ ਕੁਝ ਸਾਖੀਆਂ ਪ੍ਰਚਲਿਤ ਨੇ, ਉਹਨਾਂ ਵਿੱਚੋਂ ਕੁਝ ਦੇ ਨਾਮ ਤੁਸੀਂ ਨੋਟ ਕਰੋ, ਜਿਵੇਂ ਪਾਰਸ ਪੱਥਰ ਅਤੇ ਭਗਵਾਨ ਦੀ ਮੂਰਤੀ ਤੇ ਸੋਨੇ ਦੀਆਂ ਮੋਹਰਾਂ ਵਾਲੀ ਸਾਖੀ ਬੜੀ ਪ੍ਰਸਿੱਧ ਹੋਈ, ਤੇ ਗੰਗਾ ਜੀ ਦੇ ਰਵਿਦਾਸ ਜੀ ਨੂੰ ਸਾਖਿਆਤ ਦਰਸ਼ਨ ਦੇਣ ਵਾਲੀ ਘਟਨਾ ਵਾਲੀ ਸਾਖੀ ਵੀ ਪ੍ਰਚਲਿਤ ਵਾ। ਰਾਜ ਸਭਾ ਵਿੱਚ ਰਵਿਦਾਸ ਜੀ ਦੀ ਜਿੱਤ ਸਾਖੀ ਵੀ ਪ੍ਰਚਲਿਤ ਆ। ਭਗਤ ਰਵਿਦਾਸ ਜੀ ਵੱਲੋਂ ਮੂਰਤੀ ਤਰਾਉਣਾ ਸਾਖੀ ਪ੍ਰਚਲਿਤ ਆ। ਮੂਰਤੀ ਦਾ ਭਗਤ ਰਵਿਦਾਸ ਜੀ ਦੀ ਗੋਦ ਵਿੱਚ ਆਪ ਬਿਰਾਜਣਾ ਵੀ ਸਾਖੀ ਬਹੁਤ ਪ੍ਰਚਲਿਤ ਆ। ਰਾਣੀ ਝਾਲੀ ਵੱਲੋਂ ਦਿੱਤੇ ਭੋਜ ਸਮੇਂ ਹਰ ਬ੍ਰਹਮ ਦੇ ਨਾਲ ਗੁਰੂ ਰਵਿਦਾਸ ਜੀ ਦੀ ਦ੍ਰਿਸ਼ਟੀ ਗੋਚਰ ਹੋਣਾ ਸਾਖੀਆਂ ਆਦਿ ਵੱਖ-ਵੱਖ ਜਿਹੜੀਆਂ ਨੇ ਇਹ ਬਹੁਤ ਪ੍ਰਚਲਿਤ ਨੇ। ਸਾਖੀਆਂ ਦੀ ਗੱਲ ਆਪਾਂ ਫੁਟਕਰ ਵੀਡੀਓਜ਼ ਦੇ ਵਿੱਚ ਕਰਾਂਗੇ, ਕਿਉਂਕਿ ਤੁਹਾਡੇ ਸਿਲੇਬਸ ਦਾ ਹਿੱਸਾ ਨਹੀਂ, ਪਰ ਸਾਨੂੰ ਗਿਆਨ ਦੇ ਤੌਰ ਤੇ, ਸਾਨੂੰ ਆਪਣੇ ਇਤਿਹਾਸ ਦੇ ਤੌਰ ਤੇ ਇਹ ਸਾਰਾ ਕੁਝ ਪਤਾ ਹੋਣਾ ਚਾਹੀਦਾ। ਜਦੋਂ ਸਾਰਾ ਸਿਲੇਬਸ ਖਤਮ ਹੋ ਗਿਆ ਆਪਾਂ ਇਹਨਾਂ ਦੇ ਬਾਰੇ ਵੀ ਗੱਲਬਾਤ ਕਰਿਆ ਕਰਾਂਗੇ। ਹੁਣ ਤੁਸੀਂ ਇਹਨਾਂ ਨੂੰ ਨੋਟ ਕਰ ਲਵੋ ਸਾਰਿਆਂ ਨੂੰ, ਕਿਉਂਕਿ ਤੁਹਾਡੇ ਪੇਪਰ ਦੇ ਵਿੱਚ ਜੋ ਆਉਣਾ ਆ ਆਪਾਂ ਉਹਨਾਂ ਨੂੰ ਅਹਿਮ ਹਿੱਸਾ ਬਣਾ ਕੇ ਇੱਥੇ ਵਿਚਾਰਦੇ ਹਾਂ। ਤੇ ਪਿਆਰੇ ਵਿਦਿਆਰਥੀਓ, ਬੱਚਿਓ, ਨੌਜਵਾਨੋ, ਭਗਤ ਰਵਿਦਾਸ ਜੀ ਮਾਨਵਵਾਦੀ ਸੀਗੇ, ਉਹ ਸਮਾਜਵਾਦੀ ਸੀਗੇ ਤੇ ਲੋਕਵਾਦੀ ਦ੍ਰਿਸ਼ਟੀਕੋਣ ਦੇ ਉਹ ਸੁਆਮੀ ਸੀਗੇ। ਠੀਕ ਹੈ ਜੀ, ਇਹ ਉਹਨਾਂ ਦੀ ਖਾਸੀਅਤ ਆ, ਇਹ ਉਹਨਾਂ ਦੀ ਰਚਨਾ ਦੀ ਵੀ ਖਾਸੀਅਤ ਆ। ਤੇ ਭਗਤ ਰਵਿਦਾਸ ਜੀ ਦੀ ਯਾਦ ਵਿੱਚ ਮੀਰਾ ਬਾਈ ਉਹਨਾਂ ਦੀ ਸ਼ਾਗਿਰਦ ਸੀਗੀ, ਚੇਲੀ ਸੀਗੀ, ਨੇ ਰਵਿਦਾਸ ਦੀ ਛਤਰੀ ਬਣਵਾਈ ਸੀਗੀ। ਰਵਿਦਾਸ ਜੀ ਦੀ ਛਤਰੀ ਜਿਹੜੀ ਆ ਉਹ ਮੀਰਾ ਬਾਈ ਜੀ ਨੇ ਬਣਾਈ ਸੀ ਭਗਤ ਰਵਿਦਾਸ ਜੀ ਦੀ ਯਾਦ ਦੇ ਵਿੱਚ। ਭਗਤ ਰਵਿਦਾਸ ਜੀ ਮੀਰਾ ਬਾਈ ਜੀ ਦੇ ਬੁਲਾਵੇ ਤੇ ਚਿਤੌੜ ਗਏ ਸੀਗੇ ਤੇ ਭਗਤ ਰਵਿਦਾਸ ਜੀ ਦੇ ਚਰਨ ਚਿੰਨ੍ਹ ਹੁਣ ਵੀ ਚਿਤੌੜ ਦੇ ਵਿੱਚ ਵਿਦਮਾਨ ਹੈਗੇ ਆ। ਠੀਕ ਹੈ ਜੀ। ਤੇ ਭਗਤ ਰਵਿਦਾਸ ਜੀ ਦਾ ਸਮਕਾਲੀ ਰਾਜਾ ਜਿਹੜਾ ਸੀਗਾ ਸਿਕੰਦਰ ਲੋਧੀ ਸੀਗਾ। ਨੋਟ ਕਰ ਲਵੋ, ਸਮਕਾਲੀ ਰਾਜਾ ਸਿਕੰਦਰ ਲੋਧੀ, ਲੋਧੀ ਵੰਸ਼ ਦਾ ਉਦੋਂ ਰਾਜ ਸੀਗਾ। ਤੇ ਅੱਗੇ ਤੁਰਦੇ ਹਾਂ, ਭਗਤ ਨਾਮਦੇਵ, ਭਗਤ ਕਬੀਰ, ਭਗਤ ਤ੍ਰਿਲੋਚਨ, ਭਗਤ ਸਧਨਾ, ਭਗਤ ਸੈਨ ਆਦਿ ਭਗਤ ਜਨ ਭਗਤ ਰਵਿਦਾਸ ਜੀ ਤੋਂ ਪਹਿਲਾਂ ਆਕਾਸ਼ ਚਲਾਣਾ ਕਰ ਗਏ ਸੀ, ਮਤਲਬ ਰੱਬ ਨੂੰ ਪਿਆਰੇ ਹੋ ਗਏ ਸੀ ਭਗਤ ਰਵਿਦਾਸ ਜੀ ਤੋਂ ਪਹਿਲਾਂ। ਇਹ ਸਾਰੇ ਭਗਤ ਰਵਿਦਾਸ ਜੀ ਆਪਣੇ ਸਮੇਂ ਦੇ ਪ੍ਰਸਿੱਧ ਸੰਤਾਂ ਭਗਤਾਂ ਤੋਂ ਵੱਧ ਉਮਰ ਵਾਲੇ ਭਗਤ ਹੋਏ ਆ। ਜਿੰਨੇ ਵੀ ਹੋਰ ਭਗਤ ਸਾਰੇ ਹੋਏ ਆ ਉਹਨਾਂ ਦੇ ਕਾਲ ਦੇ, ਉਹ ਸਾਰੇ ਹੀ ਭਗਤ ਰਵਿਦਾਸ ਜੀ ਤੋਂ ਉਮਰ ਦੇ ਵਿੱਚ ਛੋਟੇ ਨੇ, ਕਿਉਂਕਿ ਇਹਨਾਂ ਨੇ 151 ਸਾਲ ਦੀ ਉਮਰ ਹੰਢਾਈ ਜੀ। ਠੀਕ ਹੈ ਜੀ। ਤੇ ਭਗਤ ਰਾਮਾਨੰਦ ਜੀ ਦੇ 12 ਪ੍ਰਮੁੱਖ ਚੇਲੇ ਹੋਏ ਆ, ਜਿਨ੍ਹਾਂ ਵਿੱਚੋਂ ਭਗਤ ਪੀਪਾ ਜੀ, ਭਗਤ ਕਬੀਰ ਜੀ, ਭਗਤ ਸੇਨ ਜੀ, ਭਗਤ ਧੰਨਾ ਜੀ, ਭਗਤ ਰਵਿਦਾਸ ਆਦਿ ਪ੍ਰਮੁੱਖ ਸਨ। ਠੀਕ ਹੈ ਜੀ। ਇਹ ਭਗਤ ਰਾਮਾਨੰਦ ਜੀ ਦੇ ਚੇਲੇ ਸੀ। ਇਹਨਾਂ ਵਿੱਚੋਂ ਭਗਤ ਰਵਿਦਾਸ ਜੀ ਸਭ ਤੋਂ ਵੱਧ ਉਮਰ ਹੰਢਾਉਣ ਵਾਲੇ ਭਗਤ ਮੰਨੇ ਜਾਂਦੇ ਆ। ਠੀਕ ਹੈ ਜੀ। ਤੇ ਅੱਗੇ ਤੁਰਦੇ ਹਾਂ ਕਿ ਭਗਤ ਰਵਿਦਾਸ ਜੀ ਨੇ ਬ੍ਰਾਹਮਣੀ ਕਰਮਕਾਂਡ ਅਤੇ ਵਰਣ ਵਿਵਸਥਾ ਦਾ ਤਿਰਸਕਾਰ ਕਰਦੇ ਹੋਏ ਭੈੜੀ ਜ਼ਿੰਦਗੀ ਬਤੀਤ ਕਰਨ ਵਾਲੀ ਸ਼ੂਦਰ ਜਾਤੀ ਨੂੰ ਭਗਤੀ ਦਾ ਅਧਿਕਾਰ ਦਿਵਾਇਆ ਸੀ ਭਗਤ ਰਵਿਦਾਸ ਜੀ ਨੇ। ਤੇ 200 ਤੋਂ ਵੱਧ ਗ੍ਰੰਥ ਰਵਿਦਾਸ ਜੀ ਦੇ ਜੀਵਨ ਅਤੇ ਬਾਣੀ ਨਾਲ ਸੰਬੰਧਿਤ ਸਾਨੂੰ ਮਿਲਦੇ ਆ। ਠੀਕ ਹੈ ਜੀ। ਅੱਗੇ ਤੁਰਦੇ ਹਾਂ। ਪੋਥੀ ਪ੍ਰੇਮ ਅਬੋਧ, ਜਿਸ ਨੂੰ ਪਰਚੀਆਂ ਪ੍ਰੇਮ ਭਗਤਾਂ ਦੀਆਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਆ। ਇਸ ਵਿੱਚ ਭਗਤ ਕਬੀਰ, ਭਗਤ ਤ੍ਰਿਲੋਚਨ, ਭਗਤ ਧੰਨਾ, ਭਗਤ ਨਾਮਦੇਵ, ਭਗਤ ਜੈਦੇਵ, ਭਗਤ ਰਵਿਦਾਸ ਅਤੇ ਭਗਤਣੀ ਮੀਰਾ ਬਾਈ ਆਦਿ ਦੀਆਂ ਕਥਾਵਾਂ ਦਰਜ ਹੈਗੀਆਂ ਆ। ਤੇ ਭਗਤ ਰਵਿਦਾਸ ਜੀ ਦੀ ਪਰਚੀ 6ਵੇਂ ਨੰਬਰ ਤੇ ਆਉਂਦੀ ਆ ਇਸ ਕਿਤਾਬ ਦੇ ਵਿੱਚ। ਪੋਥੀ ਦਾ ਨਾਮ ਕੀ ਆ? ਪ੍ਰੇਮ ਅਬੋਧ। ਠੀਕ ਹੈ ਜੀ। ਇਹਦੇ ਬਾਰੇ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ, ਇਹਦੇ ਲੇਖਕ ਦਾ। ਤੁਸੀਂ ਪੁਰਾਣੇ ਲੈਕਚਰ ਜ਼ਰੂਰ ਸੁਣੋ ਜੇ ਨਹੀਂ ਸੁਣੇ। ਜੇ ਤੁਸੀਂ ਸੁਣੇ ਨੇ ਤੁਹਾਨੂੰ ਯਾਦ ਨਹੀਂ ਤਾਂ ਫਿਰ ਇੱਕ ਵਾਰੀ ਦੁਬਾਰਾ ਜ਼ਰੂਰ ਸੁਣੋ, ਕਿਉਂਕਿ ਯਾਦ ਹੋਣਾ ਬਹੁਤ ਜ਼ਰੂਰੀ ਹੈ। ਭਗਤ ਰਵਿਦਾਸ ਜੀ ਦੀ ਬਾਣੀ ਦੇ ਵਿਸ਼ੇ ਕਿਹੜੇ ਕਿਹੜੇ ਸੀਗੇ ਨੋਟ ਕਰਿਓ। ਨੰਬਰ 1 ਪਰਮਾਤਮਾ ਦਾ ਸਰੂਪ ਅਤੇ ਸਮਰੱਥਾ। ਨੰਬਰ 2 ਆਤਮਾ ਅਤੇ ਪਰਮਾਤਮਾ ਦੀ ਇੱਕ ਰੂਪਤਾ। ਠੀਕ ਹੈ ਜੀ। ਇਹ ਬਹੁਤ ਅਹਿਮ ਵਿਸ਼ਾ ਆ। ਨੰਬਰ 3 ਪ੍ਰਭੂ ਕਿਰਪਾ ਅਤੇ ਪ੍ਰਭੂ ਦਰਸ਼ਨ ਦੀ ਤਾਂਘ। ਚੌਥਾ ਜੀਵਨ ਦੀ ਨਾਸ਼ਵਾਨਤਾ। ਪੰਜਵਾਂ ਪ੍ਰਭੂ ਭਗਤੀ ਅਤੇ ਪ੍ਰਭੂ ਪ੍ਰੇਮ ਦੀ ਵਡਿਆਈ। ਛੇਵਾਂ ਕਰਮਕਾਂਡਾਂ ਦੀ ਨਿਖੇਧੀ। ਸੱਤਵਾਂ ਜੀਵਨ ਮੁਕਤੀ ਅਤੇ ਆਵਾਗਮਨ ਦਾ ਚੱਕਰ। ਅੱਠਵਾਂ ਵਿਸ਼ਾ ਜਗਤ ਤੇ ਜਗਤ ਦਾ ਸਰੂਪ। ਇਹ ਉਹਨਾਂ ਦੀ ਬਾਣੀ ਦੇ ਵਿਸ਼ੇ ਆ।
ਨੌਵਾਂ ਵਿਸ਼ਾ ਮਨੁੱਖੀ ਜਨਮ ਦੀ ਸ੍ਰੇਸ਼ਟਤਾ ਅਤੇ ਮਨ ਦਾ ਸੰਕਲਪ ਵੀ ਇਹਨਾਂ ਦੀ ਬਾਣੀ ਦੇ ਵਿੱਚ ਆਉਂਦਾ ਆ। 10ਵਾਂ ਸਤਸੰਗ ਮਹਿਮਾ, ਇਸੇ ਤਰ੍ਹਾਂ ਹੀ ਅੱਗੇ ਜੀਵਾਤਮਾ ਦਾ ਨਿਰੂਪਣ ਅਤੇ ਮਾਇਆ, ਵਿਸ਼ੇ ਵਿਕਾਰ ਤੇ ਹਉਮੈ ਦਾ ਤਿਆਗ ਆਦਿ ਵੱਖ-ਵੱਖ ਵਿਸ਼ੇ ਭਗਤ ਰਵਿਦਾਸ ਜੀ ਦੀ ਬਾਣੀ ਦੇ ਵਿੱਚ ਸਾਨੂੰ ਮਿਲਦੇ ਆ। ਭਗਤ ਰਵਿਦਾਸ ਜੀ ਦੀਆਂ ਕੁਝ ਪ੍ਰਮੁੱਖ ਸਤਰਾਂ ਦੀ ਆਪਾਂ ਆਖਰ ਦੇ ਉੱਤੇ ਗੱਲ ਕਰਾਂਗੇ। ਲੈਕਚਰ ਬਹੁਤਾ ਲੰਮਾ ਨਾ ਹੋਵੇ, ਇਸ ਕਰਕੇ ਆਪਾਂ ਸਮਾਪਤੀ ਵੱਲ ਨੂੰ ਵਧਦੇ ਹਾਂ। ਤੇ ਅੰਗ 93 ਰਾਗ ਸ੍ਰੀ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਲਿਖਦੇ ਆ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਿਕ ਜਲ ਤਰੰਗ ਜੈਸਾ। ਬਹੁਤ ਇਹਨਾਂ ਦੀ ਇਹ ਜਿਹੜੀਆਂ ਸਤਰਾਂ ਨੇ ਪ੍ਰਸਿੱਧ ਵੀ ਨੇ ਤੇ ਇਹ ਅਹਿਮ ਵੀ ਨੇ। ਅੱਗੇ ਤੁਰਦੇ ਹਾਂ ਕਿ ਭਗਤ ਰਵਿਦਾਸ ਜੀ ਨੇ ਸੰਕਲਪ ਦਿੱਤਾ ਸੀਗਾ। ਅੰਗ 345 ਰਾਗ ਗੌੜੀ ਵਿੱਚ ਉਹ ਲਿਖਦੇ ਆ ਕਿ ਬੇਗਮਪੁਰਾ ਸ਼ਹਿਰ ਕੋ ਨਾਉ, ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਹੀਂ ਤਹਿ ਠਾਉ। ਇਹ ਸੰਕਲਪ ਜੋ ਬੇਗਮਪੁਰੇ ਦਾ ਦਿੱਤਾ ਸੀਗਾ, ਇਹ ਇਸ ਸ਼ਬਦ ਦੇ ਵਿੱਚ ਬੜਾ ਅਹਿਮ ਢੰਗ ਦੇ ਨਾਲ ਪੇਸ਼ ਕੀਤਾ ਆ ਤੇ ਇਹ ਉਹਨਾਂ ਦਾ ਵਿਸ਼ੇਸ਼ ਸੰਕਲਪ ਸੀਗਾ, ਜਿਹਨੂੰ ਆਪਾਂ ਅੱਜ ਕੱਲ੍ਹ ਸਮਾਜਵਾਦ ਦੇ ਨਾਲ ਜੋੜ ਲੈਂਦੇ ਹਾਂ। ਅੱਗੇ ਤੁਰਦੇ ਹਾਂ ਕਿ ਮੇਰਾ ਰੰਗ ਕੁਸੰਭ ਕਾ ਤੈਸਾ ਇਹ ਸੰਸਾਰ, ਮੇਰੇ ਰਮਈਆ ਰੰਗ ਮਜੀਠ ਕਾ ਕਹੁ ਰਵਿਦਾਸ ਝੁਮਾਰ। ਅੰਗ ਨੰਬਰ 345 ਰਾਗ ਗੌੜੀ ਦੇ ਵਿੱਚ ਇਹ ਦਰਜ ਆ। ਤੇ ਅੱਗੇ ਤੁਰਦੇ ਹਾਂ ਜੀ ਅੰਗ ਨੰਬਰ 486 ਰਾਗ ਆਸਾ ਦੇ ਵਿੱਚ ਭਗਤ ਰਵਿਦਾਸ ਜੀ ਲਿਖਦੇ ਆ, ਜਾਤੀ ਹੋਸ਼ਾ ਪਾਤੀ ਹੋਸ਼ਾ ਹੋਸ਼ਾ ਜਨਮ ਹਮਾਰਾ, ਰਾਜਾ ਰਾਮ ਕੀ ਸੇਵਨਾ ਕੀਨੀ ਕਹਿ ਰਵਿਦਾਸ ਝੁਮਾਰਾ। ਇਸ ਤਰ੍ਹਾਂ ਹੀ ਅੰਗ 487 ਰਾਗ ਆਸਾ ਵਿੱਚ ਭਗਤ ਰਵਿਦਾਸ ਜੀ ਲਿਖਦੇ ਆ ਕਿ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਨੇ ਬੋਲੇ ਦੌੜਿਓ ਫਿਰਤ ਹੈ। अंग 657 राग सोरठ ਵਿੱਚ ਭਗਤ ਰਵਿਦਾਸ ਜੀ ਲਿਖਦੇ ਆ, ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਬਹੁਤ ਬਹੁਤ ਇੰਪੋਰਟੈਂਟ। ਤੇ ਰਾਗ ਸੋਰਠ ਅੰਗ 658 ਦੇ ਉੱਪਰ ਭਗਤ ਰਵਿਦਾਸ ਜੀ ਲਿਖਦੇ ਆ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਵੈਰੀ 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 ਇੰਪੋਰਟੈਂਟ। ਇਸੇ ਤਰ੍ਹਾਂ ਹੀ ਅੰਗ 1106 ਰਾਗ ਮਾਰੂ ਵਿੱਚ ਭਗਤ ਰਵਿਦਾਸ ਜੀ ਲਿਖਦੇ ਆ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ, ਨਾਮ ਦੇਵ ਕਬੀਰ ਤਿਲੋਚਨ ਸਦਨਾ ਸੈਨ ਧਰੈ। ਇਹ ਬਹੁਤ ਉਹਨਾਂ ਦਾ ਅਹਿਮ ਜਿਹੜੀ ਬਾਣੀ ਦੀਆਂ ਸਤਰਾਂ ਨੇ, ਇਹਨਾਂ ਨੂੰ ਨੋਟ ਕਰ ਲਵੋ, ਇਹ ਭੁੱਲਣੀਆਂ ਨਹੀਂ ਚਾਹੀਦੀਆਂ। ਆਪਾਂ ਹੁਣ ਸ਼ਲੋਕ ਵੱਲ ਆਉਂਦੇ ਹਾਂ। ਭਗਤ ਰਵਿਦਾਸ ਜੀ ਦਾ 1377 ਅੰਗ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਲੋਕ ਦਰਜ ਆ। 21 ਸ਼ਲੋਕ ਉਹਨਾਂ ਦਾ ਮਿਲਦਾ ਆ। ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਹੇ ਗਏ ਸਤ ਭਾਖੈ ਰਵਿਦਾਸ। ਇਹ ਭਗਤ ਰਵਿਦਾਸ ਜੀ ਦਾ ਸ਼ਲੋਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ। ਠੀਕ ਹੈ ਜੀ। ਆਖਰ ਦੇ ਉੱਤੇ ਆਪਾਂ ਕੁਝ ਪ੍ਰਮੁੱਖ ਪੁਸਤਕਾਂ ਦੇ ਤੇ ਉਹਨਾਂ ਦੇ ਲੇਖਕਾਂ ਦਾ ਜ਼ਿਕਰ ਕਰਦੇ ਹੁੰਦੇ ਆ, ਤੇ ਆਓ ਅੱਜ ਵੀ ਆਪਾਂ ਕੁਝ ਪੁਸਤਕਾਂ ਦਾ ਜ਼ਿਕਰ ਕਰਦੇ ਹਾਂ। ਥੋੜ੍ਹਾ ਜਿਹਾ ਲੈਕਚਰ ਲੰਮਾ ਹੋ ਗਿਆ, ਪਰ ਤੁਹਾਡੇ ਵਾਸਤੇ ਉਨਾ ਹੀ ਲਾਹੇਵੰਦ ਆ। ਇਹਨੂੰ ਸਾਂਭਣਾ ਵੀ ਆ, ਆਪਣੇ ਦੋਸਤਾਂ ਤੱਕ ਸ਼ੇਅਰ ਵੀ ਕਰਨਾ ਆ। ਹਰ ਲੋੜਵੰਦ ਬੰਦੇ ਤੱਕ ਇਹ ਪਹੁੰਚਣਾ ਚਾਹੀਦਾ। ਜੇ ਇਹ ਦੁਨੀਆ ਵਿੱਚ ਪਹੁੰਚੂਗਾ ਤਾਂ ਸਾਡੇ ਇਤਿਹਾਸ ਬਾਰੇ, ਸਾਡੇ ਭਗਤਾਂ ਬਾਰੇ ਦੁਨੀਆ ਜਾਣ ਸਕੂਗੀ। ਰਵਿਦਾਸ ਪਰਚੀ ਜਿਹੜੀ ਆ, ਇਹ ਅਨੰਤ ਦਾਸ ਵੈਸ਼ਨਵ ਨੇ 1588 ਈਸਵੀ ਦੇ ਵਿੱਚ ਲਿਖੀ ਸੀ। ਇਸੇ ਤਰ੍ਹਾਂ ਹੀ ਭਗਤ ਮਾਲਾ ਨਾਭਾ ਸਵਾਮੀ ਦੀ ਰਚਨਾ ਆ। ਤੇ ਉੱਤਰੀ ਭਾਰਤ ਦੀ ਸੰਤ ਪਰੰਪਰਾ ਪਰਸ਼ੂਰਾਮ ਚਤੁਰਵੇਦੀ ਦੀ ਕਿਤਾਬ ਆ। ਤੇ ਸੰਤ ਰਵਿਦਾਸ ਵਿਅਕਤਿਤਵ ਔਰ ਕਰਤਿਤਵ ਸ਼੍ਰੀ ਸੰਗਮ ਲਾਲ ਪਾਂਡੇ ਦੀ ਪੁਸਤਕ ਆ। ਤੇ ਰਵਿਦਾਸ ਦਰਸ਼ਨ ਆਚਾਰਿਆ ਪ੍ਰਿਥਵੀ ਸਿੰਘ ਆਜ਼ਾਦ ਦੀ ਕਿਤਾਬ ਆ। ਤੇ ਗੁਰੂ ਰਵਿਦਾਸ ਬਾਣੀ ਡਾਕਟਰ BP ਸ਼ਰਮਾ ਦੀ ਕਿਤਾਬ ਹੈਗੀ ਆ। ਤੇ ਇਸੇ ਤਰ੍ਹਾਂ ਹੀ ਭਗਤ ਰਵਿਦਾਸ ਜੀਵੰਤ ਰਚਨਾ ਡਾਕਟਰ ਧਰਮਪਾਲ ਸਿੰਘਲ ਦੀ ਪੁਸਤਕ ਆ। ਭਗਤ ਰਵਿਦਾਸ ਸਰੋਤ ਪੁਸਤਕ ਜਿਹੜੀ ਆ, ਉਹ ਡਾਕਟਰ ਜਸਬੀਰ ਸਿੰਘ ਸਾਬਰ ਦੀ ਲਿਖੀ ਹੋਈ ਆ। ਵੈਰੀ 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 ਇੰਪੋਰਟੈਂਟ ਆ ਇਹ। ਤੇ ਅੱਗੇ ਆਪਾਂ ਤੁਰਦੇ ਹਾਂ ਜੀ। ਪੋਥੀ ਹਰ ਜਸ, ਲੇਖਕ ਦਾ ਨਾਮ ਭਾਈ ਦਰਬਾਰੀ ਦਾਸ। ਇਹ ਪੋਥੀ ਜਿਹੜੀ ਆ 1811 ਈਸਵੀ ਦੇ ਵਿੱਚ ਸੰਕਲਿਤ ਹੋਈ ਸੀ, ਰਚੀ ਗਈ ਸੀ 1811 ਈਸਵੀ ਦੇ ਵਿੱਚ, 1811 ਈਸਵੀ।
ਤੇ ਇਸ ਪੋਥੀ ਦੇ ਪੰਨੇ ਹਰ ਜਸ ਪੋਥੀ ਦੇ ਜਿਹੜੇ ਪੰਨੇ ਆ ਉਹ 1836 ਆ। ਤੇ ਇਹ ਹੁਣ ਅੱਜ ਕੱਲ੍ਹ ਕਿੱਥੇ ਮਿਲਦੀ ਆ ਨੋਟ ਕਰੋ, ਪਿੰਡ ਵੈਰੋਵਾਲ ਜ਼ਿਲ੍ਹਾ ਫਰੀਦਕੋਟ ਵਿਖੇ ਗੁਰਦੁਆਰਾ ਭਾਈ ਦਰਬਾਰ ਦਾਸ ਵਿੱਚ ਇਹ ਜਿਹੜੀ ਪੋਥੀ ਆ ਉੱਥੇ ਸੰਭਾਲੀ ਹੋਈ ਆ, ਉੱਥੇ ਰੱਖੀ ਹੋਈ ਆ। ਤੇ ਇਹਦੀ ਰਚਨਾ ਜਿਹੜੀ ਆ ਆਪਾਂ ਗੱਲ ਕਰ ਚੁੱਕੇ ਹਾਂ 1811 ਈਸਵੀ ਦੇ ਵਿੱਚ 1811 1811 ਈਸਵੀ ਦੇ ਵਿੱਚ ਇਹਦੀ ਰਚਨਾ ਹੋਈ ਸੀ। ਤੇ ਇਸ ਗ੍ਰੰਥ ਵਿੱਚ 30 ਭਗਤਾਂ ਦੇ ਜੀਵਨ ਦਾ ਸਮਾਚਾਰ ਸਾਨੂੰ ਮਿਲਦਾ ਆ। ਤੇ ਭਗਤ ਰਵਿਦਾਸ ਜੀ ਦੀ ਪਰਚੀ 22ਵੇਂ ਨੰਬਰ ਤੇ ਇਸ ਪੋਥੀ ਵਿੱਚ ਦਰਜ ਆ। ਇਸ ਵਿੱਚ ਬੈਂਤ, ਦੋਹਰਾ, ਸੋਰਠਾ ਤੇ ਚੌਪਈ ਆਦਿਕ ਛੰਦਾਂ ਵਿੱਚ ਭਗਤ ਰਵਿਦਾਸ ਜੀ ਦੀ ਪ੍ਰੇਮਾ ਭਗਤੀ ਦਾ ਗੁਣਗਾਨ ਹੋਇਆ ਸਾਨੂੰ ਮਿਲਦਾ ਆ। ਠੀਕ ਹੈ ਜੀ। ਤੇ ਇਸੇ ਤਰ੍ਹਾਂ ਹੀ ਅਗਲੀ ਕਿਤਾਬ ਭਗਤੀ ਪ੍ਰੇਮਾ ਕਰ ਗ੍ਰੰਥ ਕਵੀ ਜੱਸਾ ਸਿੰਘ ਦੀ ਇਹ ਪੁਸਤਕ ਆ। ਤੇ ਇਹਦੇ ਵਿੱਚ 24 ਭਗਤਾਂ ਦਾ ਜੀਵਨ ਚਰਿੱਤਰ ਸਾਨੂੰ ਮਿਲਦਾ ਆ। ਇਹਦਾ ਲਿਖਣ ਸੰਮਤ ਜਿਹੜਾ ਆ ਉਹ 1883 ਮੰਨਿਆ ਗਿਆ ਆ। ਤੇ ਇਹਦੇ ਕੁੱਲ ਪੇਜਸ ਜਿਹੜੇ ਆ ਉਹ 191 ਆ। ਤੇ ਇਹਨੂੰ ਹੁਣ ਸੰਭਾਲਿਆ ਹੋਇਆ ਜਿੱਥੇ ਰੱਖਿਆ ਹੋਇਆ ਆ, ਨੋਟ ਕਰੋ ਥਾਂ ਦਾ ਨਾਮ ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ। ਤੇ ਇਸ ਕਿਤਾਬ ਦੀ ਵਿਧਾ ਜਿਹੜੀ ਆ ਉਹ ਹੈ ਜੀ ਕਵਿਤਾ ਵਿੱਚ ਇਹ ਲਿਖੀ ਗਈ ਆ। ਤੇ ਜਿਹੜੇ ਛੰਦ ਵਰਤੇ ਨੇ ਉਹ ਵੀ ਨੋਟ ਕਰੋ, ਕੁੰਡਲੀਆ, ਛਪੈ, ਕਬਿਤ, ਅਸ਼ਿਲ, ਸਵੈਆ, ਪਾਦਰੀ, ਭੁਜੰਗ, ਪ੍ਰਿਆਤ, ਭੋਟਕ, ਦੋਹਰਾ ਆਦਿ ਜਿਹੜੇ ਆ ਛੰਦ ਇਸ ਪੁਸਤਕ ਦੇ ਵਿੱਚ ਭਗਤੀ ਪ੍ਰੇਮਾ ਕਰ ਗ੍ਰੰਥ ਵਿੱਚ ਵਰਤੇ ਗਏ ਆ। ਤੇ 7 ਪਦੇ ਜਿਨ੍ਹਾਂ ਵਿੱਚ ਭਗਤ ਰਵਿਦਾਸ ਜੀ ਦੀ ਪ੍ਰੇਮਾ ਭਗਤੀ ਨੂੰ ਪੇਸ਼ ਕੀਤਾ ਗਿਆ ਆ ਉਹ ਇਸੇ ਕਿਤਾਬ ਦੇ ਵਿੱਚ ਦਰਜ ਆ। ਠੀਕ ਹੈ ਜੀ। ਅਗਲੀ ਪੁਸਤਕ ਹੈ ਜੀ ਭਗਤੀ ਪ੍ਰੇਮਾ ਕਰ ਗ੍ਰੰਥ। ਤੇ ਇਸ ਪੁਸਤਕ ਦਾ ਕਵੀ ਹੈ ਕੀਰਤ ਸਿੰਘ ਇਹਦਾ ਰਾਈਟਰ ਆ, ਲੇਖਕ ਆ। ਤੇ ਇਸ ਵਿੱਚ ਭਗਤ ਰਵਿਦਾਸ ਜੀ ਦੇ ਚਰਿੱਤਰ ਦੇ 30 ਪਦੇ ਸਾਨੂੰ ਮਿਲਦੇ ਆ, 30 ਸ਼ਬਦ ਸਾਨੂੰ ਮਿਲਦੇ ਆ। ਅੱਗੇ ਤੁਰਦੇ ਆ ਭਗਤੀ ਸੁਦਾਸਰ। ਲੇਖਕ ਹੈ ਉਦਾਸੀ ਸਾਧੂ ਵਿਧੀਦਾਸ। ਇਹ ਖਰੜਾ ਜਿਹੜਾ ਆ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਸਾਨੂੰ ਪਿਆ ਮਿਲਦਾ ਆ, ਉੱਥੇ ਰੱਖਿਆ ਹੋਇਆ ਆ। ਸੰਪੂਰਨ ਹੋਇਆ ਸੀਗਾ 1886 ਵਿੱਚ। ਤੇ ਸਾਧੂ ਵਿਧੀਦਾਸ ਨਨਕਾਣਾ ਸਾਹਿਬ ਜ਼ਿਲ੍ਹਾ ਸ਼ੇਖੂਪੁਰਾ ਦੇ ਵਸਨੀਕ ਮੰਨੇ ਜਾਂਦੇ ਆ। ਤੇ ਇਸ ਵਿੱਚ ਦੋਹਰਾ ਤੇ ਚੌਪਈ ਛੰਦਾਂ ਵਿੱਚ ਭਗਤ ਰਵਿਦਾਸ ਜੀ ਦੇ ਜੀਵਨ ਸੰਬੰਧੀ ਬਿਆਨ ਜਿਹੜਾ ਆ ਉਹ ਸਾਨੂੰ ਮਿਲਦਾ ਆ। ਵੈਰੀ ਇੰਪੋਰਟੈਂਟ ਇਹ ਗੱਲ ਸੀ। ਅੱਗੇ ਤੁਰਦੇ ਆ ਜੀ। ਰੈਫਰੈਂਸ ਲਾਇਬ੍ਰੇਰੀ 'ਚ ਗੋਸ਼ਟ, ਕਬੀਰ ਅਤੇ ਰਵਿਦਾਸ ਗ੍ਰੰਥ ਪਿਆ ਆ। ਤੇ ਰਚਨਾਹਾਰੇ ਦਾ ਨਾਮ ਇਹਦੇ ਉੱਪਰ ਸਾਨੂੰ ਨਹੀਂ ਮਿਲਦਾ, ਉਹ ਨਹੀਂ ਲਿਖਿਆ ਹੋਇਆ। ਤੇ ਜਸਵੀਰ ਸਿੰਘ ਸਾਬਰ ਭਗਤ ਰਵਿਦਾਸ ਸਰੋਤ ਪੁਸਤਕ ਦੇ ਪੰਨਾ ਨੰਬਰ 157 ਤੇ ਲਿਖਦੇ ਆ ਕਿ ਇਹ ਗ੍ਰੰਥ ਜਾਂ ਗੋਸ਼ਟ, ਕਬੀਰ ਅਤੇ ਰਵਿਦਾਸ ਭਗਤ ਸੈਨ ਦੀ ਰਚਨਾ ਆ। ਇਹ ਜਸਵੀਰ ਸਿੰਘ ਸਾਬਰ ਹੋਰਾਂ ਦਾ ਕਥਨ ਆ। ਅੱਗੇ ਤੁਰੋ। ਇਸ ਗ੍ਰੰਥ ਤੋਂ ਪਤਾ ਲੱਗਦਾ ਹੈ ਕਿ ਭਗਤ ਰਵਿਦਾਸ ਪਹਿਲਾਂ ਸਰਗੁਣ ਭਗਤੀ ਵਿੱਚ ਆਸਥਾ ਰੱਖਦੇ ਸਨ, ਪਰ ਭਗਤ ਕਬੀਰ ਜੀ ਦੇ ਸੰਪਰਕ ਵਿੱਚ ਆ ਕੇ ਉਹ ਨਿਰਗੁਣਵਾਦੀ ਬਣ ਗਏ। ਵੈਰੀ ਇੰਪੋਰਟੈਂਟ ਇਹ ਵੀ। ਤੇ ਇਸ ਗ੍ਰੰਥ ਮਤਲਬ ਕਿ ਗੋਸ਼ਟ, ਕਬੀਰ ਅਤੇ ਰਵਿਦਾਸ ਗ੍ਰੰਥ ਵਿੱਚ ਯੋਗ ਸੰਬੰਧੀ ਸ਼ਬਦਾਵਲੀ ਆ ਉਹਦੀ ਬਹੁਤ ਵਰਤੋਂ ਹੋਈ ਇਹ ਮੰਨੀ ਜਾਂਦੀ ਆ। ਇਸੇ ਤਰ੍ਹਾਂ ਹੀ ਵਾਰਤਕ ਭਗਤਮਾਲ ਦਾ ਲੇਖਕ ਹੈਗਾ ਆ ਜੀ ਲਾਲ ਸਿੰਘ ਨਰੋਤਮ। ਤੇ ਇਸ ਵਿੱਚ ਭਗਤ ਰਵਿਦਾਸ ਬਾਰੇ 6 ਸਾਖੀਆਂ ਸਾਨੂੰ ਮਿਲਦੀਆਂ ਆ। ਤੇ ਭਗਤ ਰਸ ਬੋਧਨੀ ਟੀਕਾ ਭਗਤਮਾਲ ਪ੍ਰਿਯ ਦਾਸ ਦੀ ਰਚਨਾ ਆ, ਜੋ 1969 ਈਸਵੀ ਦੇ ਵਿੱਚ ਉਹਨਾਂ ਨੇ ਸੰਕਲਿਤ ਕੀਤੀ ਸੀ ਜਾਂ ਰਚਾਈ ਸੀ ਜਾਂ ਲਿਖੀ ਸੀ। ਸੰਸਕ੍ਰਿਤਕ ਪੁਸਤਕ ਭਵਿੱਖ ਪੁਰਾਣ। ਲੇਖਕ 26ਵੇਂ ਵੇਦ ਵਿਆਸ ਮੰਨੇ ਜਾਂਦੇ ਆ। ਤੇ ਇਸ ਵਿੱਚ ਭਗਤ ਰਵਿਦਾਸ ਨਾਲ ਸੰਬੰਧਿਤ ਸ਼ਲੋਕ ਦਰਜ ਆ। ਰੈਦਾਸ ਜੀ ਕੀ ਬਾਣੀ ਬੈਲਵੇਡੇਅਰ ਪ੍ਰੈਸ ਇਲਾਹਾਬਾਦ ਵੱਲੋਂ ਪ੍ਰਕਾਸ਼ਿਤ ਹੋਈ। ਸੰਤ ਸੁਦਾਸਾਰ ਸ਼੍ਰੀ ਵਿਯੋਗੀ ਹਰ ਵੱਲੋਂ ਸੰਪਾਦਿਕ ਪੁਸਤਕ ਆ। ਤੇ ਸੰਤ ਰਵਿਦਾਸ ਔਰ ਉਨਕਾ ਕਾਵਿ ਰਾਮਾਨੰਦ ਸ਼ਾਸਤਰੀ ਅਤੇ ਵੀਰੇਂਦਰ ਪਾਂਡੇ ਦੀ ਪੁਸਤਕ ਆ। ਇਸੇ ਤਰ੍ਹਾਂ ਹੀ ਸੰਤ ਰਵਿਦਾਸ ਰਤਨ ਚੰਦ ਦੀ ਕਿਤਾਬ ਆ। ਤੇ ਸੰਤ ਰਵਿਦਾਸ
ਵਿਅਕਤਿਤਵ ਅਤੇ ਕਵਿਤਵ ਸ਼੍ਰੀ ਸੰਗਮ ਲਾਲ ਪਾਂਡੇ ਦੀ ਪੁਸਤਕ ਆ। ਤੇ ਸੰਤ ਰੈਦਾਸ ਕਵਿਤਵ ਜੀਵਨ ਅਤੇ ਵਿਚਾਰ, ਸੰਤ ਰੈਦਾਸ ਕਵਿਤਵ ਜੀਵਨ ਅਤੇ ਵਿਚਾਰ ਡਾਕਟਰ ਜੋਗਿੰਦਰ ਸਿੰਘ ਦੀ ਕਿਤਾਬ ਆ। ਤੇ ਰਵਿਦਾਸ ਦਰਸ਼ਨ ਆਚਾਰਿਆ ਪ੍ਰਿਥਵੀ ਸਿੰਘ ਆਜ਼ਾਦ ਨੇ ਸੰਪਾਦਿਤ ਕੀਤੀ ਪੁਸਤਕ ਸੀ। ਤੇ ਸੰਤ ਰਵਿਦਾਸ ਵਿਚਾਰਕ ਅਤੇ ਕਵੀ ਡਾਕਟਰ ਪਦਮ ਗੁਰਚਰਨ ਸਿੰਘ ਦੀ ਕਿਤਾਬ ਆ। ਤੇ ਸੰਤ ਰਵਿਦਾਸ ਬਾਣੀ ਡਾਕਟਰ ਬੇਣੀ ਪ੍ਰਸਾਦ ਸ਼ਰਮਾ ਦੀ ਪੁਸਤਕ ਹੈ। ਆਖਰ ਦੇ ਉੱਪਰ ਆਪਾਂ ਗੱਲ ਇੱਥੇ ਸਮਾਪਤ ਕਰਦੇ ਹਾਂ ਕਿ ਸੰਤ ਕਾਵਿ ਆਚਾਰੀਆ ਪਰਸ਼ੂਰਾਮ ਚਤੁਰਵੇਦੀ ਦੀ ਕਿਤਾਬ ਹੈ। ਠੀਕ ਹੈ ਜੀ। ਮੈਨੂੰ ਉਮੀਦ ਹੈ ਕਿ ਪਿਆਰੇ ਦੋਸਤੋ ਤੁਹਾਨੂੰ ਇਹ ਲੈਕਚਰ ਦੇ ਵਿੱਚ ਬਹੁਤ ਕੁਝ ਨਵਾਂ ਮਿਲਿਆ ਹੋਊਗਾ। ਜੇ ਹੈ ਤਾਂ ਫਿਰ ਕਮੈਂਟ ਜ਼ਰੂਰ ਕਰੋ। ਇਸ ਲੈਕਚਰ ਨੂੰ ਪੂਰੀ ਦੁਨੀਆ ਵਿੱਚ ਪਹੁੰਚਾਓ। ਆਪਣੇ ਭਗਤਾਂ ਬਾਰੇ, ਆਪਣੇ ਗੁਰੂਆਂ ਬਾਰੇ, ਆਪਣੇ ਇਤਿਹਾਸ ਬਾਰੇ ਲੋਕ ਜਾਣ ਸਕਣ। ਹਵਾਲਿਆਂ ਸਹਿਤ ਤੇ ਬਿਲਕੁਲ ਮੁਫਤ ਪੜ੍ਹਾਈ ਹੋ ਰਹੀ ਆ। ਚੜ੍ਹਦੀ ਕਲਾ ਵਿੱਚ ਰਹੋ ਤੇ ਇਸੇ ਤਰ੍ਹਾਂ ਹੀ ਸਿੱਖਦੇ ਰਹੋ, ਸ਼ੇਅਰ ਕਰਦੇ ਰਹੋ, ਕਮੈਂਟ ਕਰਦੇ ਰਹੋ। ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।